ਪੰਜਾਬੀ ਆਡੀਓ ਬੁੱਕ यूट्यूब चैनल सुन रहे सारे ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਭਾਗ ਦੂਜਾ, ਪੰਨਾ ਨੰਬਰ 33। ਸਿੱਖਾਂ ਦੀ ਗਿਆਨਾਤਮਕ ਹੱਤਿਆ। ਵਿਰੋਧੀ ਦੋ ਤਰ੍ਹਾਂ ਦੀ ਹਿੰਸਾ ਨੂੰ ਬੜੀ ਚਤੁਰਾਈ ਨਾਲ ਵਰਤਦਾ ਹੈ। ਇੱਕ ਪਾਸੇ ਅਮਨ ਕਾਨੂੰਨ ਦੇ ਨਾਂ ਤੇ ਸਟੇਟ ਦੀ ਹਿੰਸਾ ਹੁੰਦੀ ਹੈ, ਦੂਜੇ ਪਾਸੇ ਆਪਣੇ ਸ਼ਬਦ ਪ੍ਰਵਚਨ ਦੇ ਗਲਬੇ ਰਾਹੀਂ ਦੂਜੇ ਦੇ ਵਜੂਦ ਤੇ ਜੜੋਂ ਵਾਰ ਕੀਤਾ ਜਾਂਦਾ ਹੈ। ਗੁਰਬਚਨ। ਸਿੱਖਾਂ ਬਾਰੇ ਹਿੰਦੂ ਗਿਆਨ ਵਿਖਿਆਨ। ਜਦ ਕਿਸੇ ਨੇ ਵੀ ਮਰਹੂਮ ਫਲਸਤੀਨੀ ਵਿਦਵਾਨ ਐਡਵਰਡ ਸਈਦ ਦੀ ਪੂਰਬਵਾਦ ਬਾਰੇ ਯੁੱਗ ਪ੍ਰਸਿੱਧ ਰਚਨਾ ਨੂੰ ਨੀਝ ਲਾ ਕੇ ਪੜ੍ਹਿਆ ਹੈ, ਉਸ ਨੂੰ ਸਿੱਖ ਮਸਲੇ ਬਾਰੇ ਆਧੁਨਿਕ ਉਦਾਰਵਾਦੀ ਫਲਸਫੇ ਦੇ ਉਪਾਸ਼ਕ ਅਤੇ ਜਾਂ ਖੱਬੇ ਪੱਖੀ ਵਿਚਾਰਧਾਰਾ ਦੇ ਮੁਰੀਦ ਕਿਸੇ ਵੀ ਹਿੰਦੂ ਵਿਦਵਾਨ ਦੇ ਸਿਧਾਂਤਕ ਪ੍ਰਵਚਨ ਦੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਪੇਸ਼ ਨਹੀਂ ਆਉਂਦੀ। ਇਤਿਹਾਸਕ ਤੌਰ ਤੇ ਪੱਛਮ ਦੇ ਹੁਕਮਰਾਨ ਕੁਲੀਨ ਵਰਗਾਂ ਨੇ ਪੂਰਬ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਤੇ ਇਸ ਨੂੰ ਚਿਰ ਸਥਾਈ ਬਣਾਉਣ ਲਈ ਇਲਮ ਨੌਲੇਜ ਦੇ ਹਥਿਆਰ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਹੈ। ਐਡਵਰਡ ਸਈਦ ਅਨੁਸਾਰ ਪੂਰਬਵਾਦ ਦੀ ਚਰਚਾ ਤੇ ਪੁਣਛਾਣ ਪੂਰਬ ਨਾਲ ਨਜਿੱਠਣ ਵਾਲੀ ਇੱਕ ਜਥੇਬੰਦ ਸੰਸਥਾ ਦੇ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ, ਜਿਸ ਮੁਤਾਬਕ ਪੱਛਮੀ ਵਿਦਵਾਨਾਂ ਵੱਲੋਂ ਪੂਰਬ ਬਾਰੇ ਧਾਰਨਾਵਾਂ ਸਿਰਜੀਆਂ ਜਾਂਦੀਆਂ, ਪ੍ਰਮਾਣਿਕ ਰਾਵਾਂ ਫਰਮਾਈਆਂ ਜਾਂਦੀਆਂ ਤੇ ਪੂਰਬ ਦੇ ਲੋਕਾਂ ਨੂੰ ਮੱਤਾਂ ਬਖਸ਼ੀਆਂ ਜਾਂਦੀਆਂ ਹਨ। ਇਸ ਤਰੀਕੇ ਨਾਲ ਪੂਰਬ ਉੱਤੇ ਰਾਜ ਕੀਤਾ ਜਾਂਦਾ ਹੈ। ਐਡਵਰਡ ਸਈਦ ਨੇ ਇਹ ਵਿਚਾਰ ਜ਼ੋਰ ਨਾਲ ਦ੍ਰਿੜਾਇਆ ਕਿ ਪੂਰਬ ਬਾਰੇ ਪੱਛਮੀ ਗਿਆਨ ਵਿਖਿਆਨ ਵਿੱਚੋਂ ਪੱਛਮ ਤੇ ਪੂਰਬ ਵਿਚਕਾਰ ਸੱਤਾ ਦੇ ਰਿਸ਼ਤੇ ਰੂਪਮਾਨ ਹੁੰਦੇ ਹਨ। ਐਡਵਰਡ ਸਈਦ ਦਾ ਇਹ ਨਿਰਣਾ ਸਿੱਖਾਂ ਬਾਰੇ ਹਿੰਦੂ ਗਿਆਨ ਵਿਖਿਆਨ ਉੱਤੇ ਇੰਨ-ਬਿੰਨ ਲਾਗੂ ਹੁੰਦਾ ਹੈ। ਸਰਸਰੀ ਦ੍ਰਿਸ਼ਟੀ ਨਾਲ ਵੇਖਿਆ ਹੀ ਪੂਰਬਵਾਦ ਤੇ ਬ੍ਰਾਹਮਣਵਾਦ ਵਿਚਕਾਰ ਸਮਰੂਪਤਾ ਦੇ ਅੰਸ਼ ਸੌਖ ਨਾਲ ਪਛਾਣੇ ਜਾਂਦੇ ਹਨ। ਦੋਵਾਂ ਵਿਚਕਾਰ ਬਹੁਤ ਕੁਝ ਸਾਂਝਾ ਹੈ। ਦੋਵਾਂ ਦਾ ਪ੍ਰਮੁੱਖ ਸਰੋਕਾਰ ਦੂਸਰੇ ਉੱਤੇ ਆਪਣਾ ਗਲਬਾ ਸਥਾਪਿਤ ਕਰਨਾ ਤੇ ਕਾਇਮ ਰੱਖਣਾ ਹੈ। ਇਸੇ ਸਰੋਕਾਰ ਵਿੱਚੋਂ ਹੀ ਦੂਸਰੇ ਨੂੰ ਸਮਝਣ ਵਿੱਚ ਰੁਚੀ ਪ੍ਰਗਟਾਈ ਜਾਂਦੀ ਹੈ। ਦੂਸਰੇ ਬਾਰੇ ਆਪਣੀ ਸਮਝ ਦੇ ਪ੍ਰਮਾਣਿਕ ਹੋਣ ਦਾ ਬੌਧਿਕ ਭਰਮ ਸਿਰਜਿਆ ਤੇ ਫੈਲਾਇਆ ਜਾਂਦਾ ਹੈ। ਦੂਸਰੇ ਨੂੰ ਅਨਪੜ੍ਹ ਤੇ ਅਗਿਆਨੀ ਮੰਨ ਕੇ ਉਸ ਬਾਰੇ ਮਨਮਾਨੇ ਢੰਗ ਨਾਲ ਫਤਵੇ ਦਿੱਤੇ ਜਾਂਦੇ ਤੇ ਹੁਕਮਰਾਨੀ ਹੈਂਕੜ ਨਾਲ ਉਪਦੇਸ਼ ਵਿਖਿਆਨ ਕੀਤਾ ਜਾਂਦਾ ਹੈ। ਜੋ ਕੁਝ ਪੱਛਮ ਨੇ ਇਤਿਹਾਸਕ ਤੌਰ ਤੇ ਪੂਰਬ ਨਾਲ ਕੀਤਾ ਹੈ, ਠੀਕ ਉਹੀਓ ਕੁਝ ਅਸਲ ਵਿੱਚ ਉਸ ਤੋਂ ਰਤੀ ਵੱਧ ਹੀ ਭਾਰਤੀ ਉਪ ਮਹਾਦੀਪ ਅੰਦਰ ਬ੍ਰਾਹਮਣ ਵਰਗ ਨੇ ਸਮਾਜ ਦੇ ਨੀਵੇਂ ਸਮਝੇ ਜਾਂਦੇ ਵਰਗਾਂ ਨਾਲ ਕੀਤਾ ਹੈ। ਜਿਵੇਂ ਪੱਛਮ ਨੇ ਆਪਣੀ ਵਿਚਾਰਧਾਰਾ ਤੇ ਗਿਆਨ ਵਿਗਿਆਨ ਨੂੰ ਪੂਰਬ ਉੱਤੇ ਗਲਬਾ ਪਾਉਣ ਤੇ ਕਾਇਮ ਰੱਖਣ ਲਈ ਉਪਯੋਗੀ ਸੰਦ ਬਣਾਇਆ, ਠੀਕ ਉਵੇਂ ਹੀ ਅਸਲ ਵਿੱਚ ਉਸ ਤੋਂ ਵੀ ਵੱਧ ਅਸ਼ਲੀਲ ਤੇ ਅਨੈਤਿਕ ਢੰਗਾਂ ਨਾਲ ਬ੍ਰਾਹਮਣ ਵਰਗ ਨੇ ਆਪਣੇ ਇਸ ਵਿਸ਼ੇਸ਼ ਹਥਿਆਰ ਦੀ ਸਮਾਜ ਦੇ ਨੀਵੇਂ ਤੇ ਪਛੜੇ ਕਹੇ ਜਾਂਦੇ ਵਰਗਾਂ ਵਿਰੁੱਧ ਬੇਕਿਰਕ ਵਰਤੋਂ ਕੀਤੀ ਹੈ। ਜਿਵੇਂ ਪੱਛਮ ਦੇ ਵਿਦਵਾਨ ਪੂਰਬ ਬਾਰੇ ਪੂਰੇ ਸਵੈ ਭਰੋਸੇ ਤੇ ਅਧਿਕਾਰਪੂਰਨ ਲਹਿਜੇ ਨਾਲ ਬਿਆਨ ਦਿੰਦੇ ਹਨ, ਹਿੰਦੂ ਵਿਦਵਾਨ ਠੀਕ ਉਵੇਂ ਹੀ ਘੱਟ ਗਿਣਤੀ ਭਾਈਚਾਰਿਆਂ ਤੇ ਹਿੰਦੂ ਸਮਾਜ ਦੇ ਹੇਠਲੇ ਵਰਗਾਂ ਬਾਰੇ ਅਧਿਕਾਰਪੂਰਨ ਲਹਿਜੇ ਵਿੱਚ ਗੱਲ ਕਰਦੇ ਹਨ, ਜਿਸ ਵਿੱਚੋਂ ਬੌਧਿਕ ਹੈਂਕੜ ਦੀ ਕਰੂਪ ਝਲਕ ਮਿਲਦੀ ਹੈ। ਗਿਆਨ ਦੀ ਵਰਤੋਂ ਗਲਬਾ ਪਾਉਣ ਤੇ ਕਾਇਮ ਰੱਖਣ ਲਈ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਬ੍ਰਾਹਮਣਵਾਦ ਦਾ ਇਤਿਹਾਸ ਸਟੀਕ ਉਦਾਹਰਣ ਮੁਹੱਈਆ ਕਰਦਾ ਹੈ। ਸਿੱਖਾਂ ਬਾਰੇ ਹਿੰਦੂ ਪ੍ਰਵਚਨ ਨੂੰ ਹਿੰਦੂਆਂ ਤੇ ਸਿੱਖਾਂ ਵਿਚਕਾਰ ਸੱਤਾ ਦੇ ਰਿਸ਼ਤੇ ਦੇ ਸੰਦਰਭ ਵਿੱਚ ਹੀ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਗੜਵੀਂ ਗੱਲ ਇਹ ਹੈ ਕਿ ਇਹ ਟ੍ਰੈਫਿਕ ਇੱਕ ਦਿਸ਼ਾਵੀ ਹੈ, ਭਾਵ ਸਿੱਖ ਵਿਦਵਾਨਾਂ ਵੱਲੋਂ ਹਿੰਦੂ ਧਰਮ, ਸੱਭਿਆਚਾਰ ਤੇ ਇਤਿਹਾਸ ਦੀ ਅਰਥ ਪੇਸ਼ਕਾਰੀ ਕੀਤੇ ਜਾਣ ਦੀ ਵਿਰਲੀ ਹੀ ਉਦਾਹਰਣ ਮਿਲਦੀ ਹੈ, ਜਦੋਂ ਕਿ ਹਿੰਦੂ ਚਿੰਤਕਾਂ ਤੇ ਇਤਿਹਾਸ ਸ਼ਾਸਤਰੀਆਂ ਵੱਲੋਂ ਸਿੱਖ ਧਰਮ, ਸੱਭਿਆਚਾਰ ਤੇ ਇਤਿਹਾਸ ਬਾਰੇ ਮਣਾ ਮੂੰਹੀ ਸਾਹਿਤ ਰਚਿਆ ਗਿਆ ਹੈ। ਕੋਈ ਹਿੰਦੂ ਵਿਦਵਾਨ ਜਦੋਂ ਸਿੱਖ ਧਰਮ, ਸੱਭਿਆਚਾਰ ਤੇ ਇਤਿਹਾਸ ਬਾਰੇ ਵਿਖਿਆਨ ਕਰਦਾ ਹੈ ਤਾਂ ਉਹ ਸਿੱਖਾਂ ਨੂੰ ਅਗਿਆਨੀ ਅਤੇ ਖੁਦ ਨੂੰ ਉੱਤਮ ਦਰਜੇ ਦਾ ਗਿਆਨੀ ਸਮਝ ਰਿਹਾ ਹੁੰਦਾ ਹੈ। ਉਸ ਦੀ ਇਹ ਭਾਵਨਾ ਉਸ ਦੇ ਵਿਖਿਆਨ ਦੀ ਸਮੱਗਰੀ ਵਿੱਚੋਂ ਹੀ ਨਹੀਂ, ਉਸ ਦੇ ਲਹਿਜੇ ਤੇ ਸੁਰ ਵਿੱਚੋਂ ਵੀ ਰੂਪਮਾਨ ਹੁੰਦੀ ਹੈ। ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਸਿੱਖਾਂ ਨੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਹੀ ਰੂਪ ਵਿੱਚ ਗ੍ਰਹਿਣ ਨਹੀਂ ਕੀਤਾ, ਕਿ ਉਹਨਾਂ ਦਾ ਵਤੀਰਾ ਤੇ ਅਮਲ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਅਨੁਸਾਰ ਨਹੀਂ ਹੈ। ਹਿੰਦੂ ਦਾਨਿਸ਼ਵਰਾਂ ਵੱਲੋਂ ਸਿੱਖਾਂ ਨੂੰ ਇਹ ਨੈਤਿਕ ਉਪਦੇਸ਼ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹਨਾਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਇੰਦੂ ਭੂਸ਼ਣ ਬੈਨਰਜੀ, ਜਾਦੂਨਾਥ ਸਰਕਾਰ, ਗੋਕਲ ਚੰਦ ਨਾਰੰਗ ਤੇ ਹਰੀ ਰਾਮ ਗੁਪਤਾ ਜਿਹੇ ਨਾਮਵਰ ਇਤਿਹਾਸਕਾਰਾਂ ਤੋਂ ਲੈ ਕੇ ਰਾਜੀਵ ਏ ਕਪੂਰ, ਮੁਲਕ ਰਾਜ ਆਨੰਦ, ਗਿਰੀ ਲਾਲ ਜੈਨ, ਬਿਪਨ ਚੰਦਰ, ਅਰੁਣ ਸ਼ੌਰੀ, ਪ੍ਰਮੋਦ ਕੁਮਾਰ, ਕੁਲਦੀਪ ਨਈਅਰ ਤੇ ਹਰੀਸ਼ ਕੇ ਪੁਰੀ ਵਰਗੇ ਵਿਦਵਾਨਾਂ
ਸੰਪਾਦਕਾਂ, ਪੱਤਰਕਾਰਾਂ, ਕਾਲਮ ਨਵੀਸਾਂ ਤੱਕ ਸਭਨਾਂ ਦੇ ਸਿੱਖਾਂ ਪ੍ਰਤੀ ਵਤੀਰੇ ਵਿੱਚੋਂ ਸਵੈ ਹਉਮੈ ਦਾ ਅੰਸ਼ ਸਿਰ ਚੜ੍ਹ ਕੇ ਬੋਲਦਾ ਹੈ। ਇਸ ਗਿਆਨ ਵਿਖਿਆਨ ਦੇ ਜ਼ਰੀਏ ਸਿੱਖਾਂ ਉੱਤੇ ਹਿੰਦੂ ਗਲਬੇ ਦੀ ਵਾਜਬੀਅਤ ਪ੍ਰਦਾਨ ਕੀਤੀ ਜਾਂਦੀ ਹੈ। ਜਿਵੇਂ ਪੂਰਬ ਬਾਰੇ ਪੱਛਮੀ ਵਿਖਿਆਨ ਨੇ ਪੂਰਬ ਦੇ ਯੂਰਪੀਕਰਨ ਨੂੰ ਉਤਸ਼ਾਹਿਤ ਕੀਤਾ, ਉਵੇਂ ਹੀ ਸਿੱਖਾਂ ਬਾਰੇ ਹਿੰਦੂ ਵਿਖਿਆਨ ਨੇ ਸਿੱਖ ਧਰਮ ਤੇ ਸਮਾਜ ਦੇ ਹਿੰਦੂਕਰਨ ਦਾ ਅਮਲ ਅੱਗੇ ਤੋਰਿਆ। ਗਿਣੀ ਮਿੱਥੀ ਤੇ ਜਥੇਬੰਦ ਮੁਹਿੰਮ। 80ਵਿਆਂ ਦੇ ਦਹਾਕੇ ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਜਿਵੇਂ ਕਸ਼ਮੀਰ, ਪੰਜਾਬ ਤੇ ਸਮੁੱਚੇ ਉੱਤਰ ਪੂਰਬ ਅੰਦਰ ਭਾਰਤੀ ਰਾਜ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਆਜ਼ਾਦੀ ਦੇ ਅੰਦੋਲਨਾਂ ਨੇ ਜ਼ੋਰ ਫੜ ਲਿਆ ਸੀ। ਭਾਰਤੀ ਰਾਜਨੀਤੀ ਅੰਦਰ ਸੰਸਥਾਵਾਂ ਤੇ ਵਿਚਾਰਧਾਰਾ ਦਾ ਖਿਲਾਅ ਪੈਦਾ ਹੋ ਗਿਆ ਸੀ। ਭਾਰਤੀ ਰਾਜ ਦੀ ਵਿਚਾਰਧਾਰਾ ਦਾ ਮੁੱਖ ਥੰਮ ਸੈਕੂਲਰਿਜ਼ਮ ਆਪਣੀ ਮਿਆਦ ਪੁਗਾ ਚੁੱਕਾ ਸੀ। ਹਾਕਮ ਵਰਗਾਂ ਦੀ ਲੋਕਾਂ ਨੂੰ ਆਰਥਿਕ ਲਾਰਿਆਂ ਤੇ ਨਾਅਰਿਆਂ ਨਾਲ ਭਰਮਾਉਣ ਦੀ ਸਮਰੱਥਾ ਨਕਾਰਾ ਹੋ ਗਈ ਸੀ। ਉਹਨਾਂ ਦੁਆਰਾ ਸਿਰਜੇ ਸੁਪਨਿਆਂ ਦਾ ਭਰਮ ਜਾਲ ਬਿਖਰ ਗਿਆ ਸੀ। ਇਸ ਨਾਲ ਹਿੰਦੂ ਵਰਗ ਅੰਦਰ ਭਾਰਤ ਦੇ ਭਵਿੱਖ ਬਾਰੇ ਗਹਿਰੀ ਚਿੰਤਾ ਪੈਦਾ ਹੋ ਗਈ ਸੀ। ਹਿੰਦੂ ਸਮਾਜ ਦੇ ਉੱਚ ਵਰਗਾਂ ਨੇ ਇਸ ਸੰਕਟ ਦੇ ਮੱਦੇਨਜ਼ਰ ਰਾਸ਼ਟਰੀ ਏਕਤਾ ਤੇ ਅਖੰਡਤਾ ਨੂੰ ਬਚਾ ਕੇ ਰੱਖਣ ਲਈ ਰਾਸ਼ਟਰਵਾਦ ਦੇ ਵਿਚਾਰਧਾਰਕ ਹਥਿਆਰ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦਾ ਚੇਤੰਨ ਨਿਰਣਾ ਕਰ ਲਿਆ ਸੀ। ਇਸ ਬਾਰੇ ਉਹਨਾਂ ਅੰਦਰ ਪੂਰਨ ਆਮ ਸਹਿਮਤੀ ਬਣ ਗਈ ਸੀ। ਅਜਿਹਾ ਮਨੋਵਿਗਿਆਨਕ ਮਾਹੌਲ ਪੈਦਾ ਹੋ ਗਿਆ ਸੀ ਕਿ ਰਾਜਸੀ ਮੁੱਖ ਧਾਰਾ ਅੰਦਰਲੇ ਆਪਸੀ ਵਿਚਾਰਧਾਰਕ ਵਖਰੇਵੇਂ ਤੇ ਰਾਜਸੀ ਵੈਰ ਵਿਰੋਧ ਅਪ੍ਰਸੰਗਕ ਹੋ ਗਏ ਸਨ। ਸਾਰਿਆਂ ਲਈ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨ ਦਾ ਧਰਮ ਪ੍ਰਮੁੱਖ ਬਣ ਗਿਆ ਸੀ। ਇਸ ਵਾਸਤੇ ਸਿੱਖਾਂ ਨੂੰ ਚੁਣਵਾਂ ਨਿਸ਼ਾਨਾ ਬਣਾਇਆ ਗਿਆ। ਉਹਨਾਂ ਦੇ ਖਿਲਾਫ ਇੱਕ ਵਿਆਪਕ ਸਿਧਾਂਤਕ ਜਹਾਦ ਛੇੜ ਦਿੱਤਾ ਗਿਆ, ਜਿਸ ਦੀ ਮੁੱਖ ਧਾਰ ਸਿੱਖ ਧਰਮ ਨੂੰ ਇੱਕ ਵੱਖਰਾ ਤੇ ਸੁਤੰਤਰ ਧਰਮ ਸਮਝਣ ਦੀ ਸਿੱਖ ਚੇਤਨਾ ਖਿਲਾਫ ਸੇਧਤ ਕੀਤੀ ਗਈ। ਇਹ ਸਿੱਧ ਕਰਨ ਲਈ ਕਿ ਸਿੱਖ ਧਰਮ ਹਿੰਦੂ ਮੱਤ ਦੀ ਹੀ ਇੱਕ ਸ਼ਾਖਾ ਹੈ, ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੀ ਝੂਠੀ ਵਿਆਖਿਆ ਕੀਤੀ ਗਈ ਅਤੇ ਸਿੱਖ ਧਰਮ ਦੀ ਸਥਾਪਨਾ ਤੇ ਖਾਲਸੇ ਦੀ ਸਿਰਜਣਾ ਦੇ ਗਲਤ ਅਰਥ ਕੀਤੇ ਗਏ। ਸਿੱਖ ਫਲਸਫੇ ਬਾਰੇ, ਸਿੱਖ ਗੁਰੂਆਂ ਦੇ ਉਪਦੇਸ਼ਾਂ ਬਾਰੇ, ਸਮੁੱਚੇ ਸਿੱਖ ਇਤਿਹਾਸ ਬਾਰੇ, ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਖਾਲਸਾ ਰਾਜ ਬਾਰੇ, ਸਿੰਘ ਸਭਾ ਲਹਿਰ ਤੋਂ ਲੈ ਕੇ ਅਕਾਲੀ ਲਹਿਰ ਦੇ ਜਨਮ ਤੇ ਵਿਕਾਸ ਬਾਰੇ, ਭਾਰਤ ਦੀ ਆਜ਼ਾਦੀ ਦੀ ਜੱਦੋ ਜਹਿਦ ਦੌਰਾਨ ਅਕਾਲੀ ਲੀਡਰਸ਼ਿਪ ਦੀ ਰਾਜਸੀ ਸੇਧ ਤੇ ਪੈਂਤੜੇਬਾਜ਼ੀ ਬਾਰੇ, ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਸਥਾਪਨਾ ਦੀ ਮੰਗ ਤੇ ਜੱਦੋ-ਜਹਿਦ ਬਾਰੇ, ਸਾਰੇ ਕੁਛ ਨੂੰ ਭਾਰਤੀ ਰਾਸ਼ਟਰਵਾਦ ਦੇ ਪੈਂਤੜੇ ਤੋਂ ਖੜ ਕੇ ਅੰਗਿਆ, ਪੜਚੋਲਿਆ, ਉਲਥਾਇਆ ਤੇ ਨਵਿਆਇਆ ਗਿਆ। ਬਿਨਾਂ ਸੰਜਮ ਵਰਤੇ ਬੇਦਰੇਗ ਤੇ ਬੇਹੁਦਾ ਟਿੱਪਣੀਆਂ ਕੀਤੀਆਂ ਗਈਆਂ ਤੇ ਗੈਰ ਜ਼ਿੰਮੇਵਾਰੀ ਨਾਲ ਫਤਵੇ ਦਿੱਤੇ ਗਏ। ਗੱਲ ਕੀ ਸਿੱਖਾਂ ਨੂੰ ਮਨਚਾਹੇ ਢੰਗ ਨਾਲ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਕੀਤਾ ਗਿਆ ਤੇ ਉਹਨਾਂ ਦੇ ਅਤੀਤ ਤੇ ਵਰਤਮਾਨ ਨੂੰ ਬੇਈਮਾਨੀ ਤੇ ਬੇਕਿਰਕੀ ਨਾਲ ਭੰਡਿਆ ਗਿਆ। ਸਿੱਖਾਂ ਦੀ ਨਿਆਰੇਪਣ ਦੀ ਚੇਤਨਾ ਦੀਆਂ ਜੜ੍ਹਾਂ ਬਸਤੀਵਾਦੀ ਹਾਕਮਾਂ ਦੀ ਪਾੜੋ ਤੇ ਰਾਜ ਕਰੋ ਦੀ ਕੁਟਲ ਨੀਤੀ ਵਿੱਚ ਲੱਭੀਆਂ ਗਈਆਂ। ਇਹ ਕਿਹਾ ਗਿਆ ਕਿ ਜੇ ਅੰਗਰੇਜ਼ਾਂ ਨੇ ਸਿੱਖਾਂ ਤੇ ਹਿੰਦੂਆਂ ਵਿਚਕਾਰਲੇ ਵਖਰੇਵਿਆਂ ਨੂੰ ਨਾ ਉਭਾਰਿਆ ਹੁੰਦਾ, ਸਿੱਖ ਧਰਮ ਵਾਪਸ ਹਿੰਦੂ ਬੁੱਕਲ ਵਿੱਚ ਆ ਜਾਂਦਾ। ਇਸ ਗੱਲ ਦਾ ਨਜ਼ਲਾ ਸਭ ਤੋਂ ਵੱਧ ਮੈਕਸ ਆਰਥਰ ਮੈਕਾਲਫ ਤੇ ਸਿੰਘ ਸਭਾ ਲਹਿਰ ਉੱਤੇ ਝਾੜਿਆ ਗਿਆ। ਸਿੰਘ ਸਭਾ ਲਹਿਰ ਨੂੰ ਵਿਸ਼ੇਸ਼ ਤੌਰ ਤੇ ਚੁਣਵਾਂ ਨਿਸ਼ਾਨਾ ਬਣਾਇਆ ਗਿਆ। ਇਸ ਦੇ ਮਾਣਯੋਗ ਆਗੂਆਂ ਤੇ ਸਨਮਾਨਜਨਕ ਵਿਦਵਾਨਾਂ, ਖਾਸ ਤੌਰ ਤੇ ਭਾਈ ਕਾਹਨ ਸਿੰਘ ਨਾਭਾ ਉੱਤੇ ਹਕਾਰਤ ਭਰੇ ਲਹਿਜੇ ਵਿੱਚ ਚਿੱਕੜ ਉਛਾਲੀ ਕੀਤੀ ਗਈ। ਸਮੁੱਚੀ ਅਕਾਲੀ ਲਹਿਰ ਨੂੰ ਫਿਰਕੂਪੁਣੇ ਦਾ ਠੱਪਾ ਲਾ ਕੇ ਕਲੰਕਿਤ ਕਰਨ ਦੇ ਕੋਝੇ ਯਤਨ ਕੀਤੇ ਗਏ। ਸਿੱਖ ਧਰਮ ਉੱਤੇ ਵੈਰ ਭਾਵਨਾ ਨਾਲ ਬੋਲੇ ਇਸ ਵਿਸ਼ੈਲੇ ਹਮਲੇ ਤੋਂ ਦੁਖੀ ਹੋਏ ਇੱਕ ਪੰਥ ਦਰਦੀ ਵਿਦਵਾਨ ਨੇ ਆਪਣੀ ਤੀਬਰ ਵੇਦਨਾ ਪ੍ਰਗਟਾਉਂਦੇ ਕਿਹਾ ਕਿ ਸਿੱਖ ਧਰਮ ਦੁਸ਼ਮਣ ਰੂਪ ਵਿੱਚ ਸੋਧਿਆ ਤੇ ਅਨੁਮਾਨਿਆ ਜਾ ਰਿਹਾ ਹੈ। ਇਹ ਸੋਧਵਾਦ ਸਾਡੀ ਆਪਣੀ ਔਲਾਦ ਦੇ ਹੱਥ ਵਿੱਚ ਖੰਜਰ ਦੇ ਕੇ ਕਿਸ ਸ਼ੰਕਰ ਆਚਾਰੀਆ ਨੀਤੀ ਨੇ ਕਦੋਂ ਪ੍ਰਗਟ ਕੀਤਾ ਹੈ, ਉਹ ਹੱਥ ਤੇ ਦਿਮਾਗ ਨੂੰ ਸਮਝਣ ਦੀ ਲੋੜ ਹੈ। ਪਿਛਲੀ 1.5 ਸਦੀ ਦੇ ਅਰਸੇ ਦੌਰਾਨ ਜਿਸ ਕਿਸੇ ਨੇ ਵੀ ਸਿੱਖ ਧਰਮ ਦੀ ਹਿੰਦੂ ਧਰਮ ਨਾਲੋਂ ਵੱਖਰੀ ਤੇ ਸੁਤੰਤਰ ਹਸਤੀ ਦੀ ਧਾਰਨਾ ਨੂੰ ਰੱਦ ਕਰਨ ਦੀ ਸਿਧਾਂਤਕ ਪਹੁੰਚ ਅਪਣਾਈ ਹੈ, ਉਸਨੇ ਬਿਨਾਂ ਛੋਟ ਸਿੰਘ ਸਭਾ ਲਹਿਰ ਪ੍ਰਤੀ ਨਿਖੇਧਵਾਦੀ ਵਤੀਰਾ ਪ੍ਰਗਟਾਇਆ ਹੈ। ਸਭਨਾਂ ਵੱਲੋਂ ਸਿੰਘ ਸਭਾ ਲਹਿਰ ਦੀ ਸਿਧਾਂਤਕ ਸੇਧ ਤੇ ਇਸ ਵੱਲੋਂ ਪ੍ਰਗਟਾਏ ਸਰੋਕਾਰਾਂ ਨੂੰ ਗੁਰੂ ਸਾਹਿਬਾਨ ਦੇ ਫਲਸਫੇ ਦੇ ਵਿਰੋਧ ਵਿੱਚ ਖੜਾ ਕਰਨ ਅਤੇ ਇਸ ਨੂੰ ਬਸਤੀਵਾਦੀ ਹਾਕਮਾਂ ਦੀ ਅਲੱਗ-ਅਲੱਗ ਵਰਗਾਂ ਵਿਚਕਾਰ ਵੰਡੀਆਂ ਪਾਉਣ ਦੀ ਸਾਮਰਾਜੀ ਸਾਜ਼ਿਸ਼ ਦੀ ਕੜੀ ਦੇ ਰੂਪ ਵਿੱਚ ਪੇਸ਼ ਕਰਨ ਦੇ ਯਤਨ ਕੀਤੇ ਗਏ ਹਨ। ਇਸ ਮਾਮਲੇ ਵਿੱਚ 19ਵੀਂ ਸਦੀ ਦੇ ਹਿੰਦੂ ਰਾਸ਼ਟਰਵਾਦੀਆਂ ਤੋਂ ਲੈ ਕੇ ਆਰੀਆ ਸਮਾਜੀਆਂ, ਹਰ ਵੰਨਗੀ ਦੇ ਸੈਕੂਲਰ ਰਾਸ਼ਟਰਵਾਦੀਆਂ ਅਤੇ ਸਮਕਾਲ ਅੰਦਰ ਪੱਛਮੀ ਯੂਨੀਵਰਸਿਟੀਆਂ ਵਿੱਚ ਸਿੱਖ ਅਧਿਐਨ ਦੇ ਖੋਜ ਕਾਰਜਾਂ ਨਾਲ ਜੁੜੇ ਵਿਦਵਾਨਾਂ, ਦੋਨੋਂ ਸਿੱਖ ਤੇ ਗੈਰ ਸਿੱਖ ਦੀ ਬਹੁਗਿਣਤੀ, ਜਿਨ੍ਹਾਂ ਵਿੱਚੋਂ ਮੈਕਲੀਓਡ, ਹਰਜੋਤ ਓਬਰਾਏ,
ਪਿਸ਼ੌਰਾ ਸਿੰਘ, ਲੂਈ ਫੈਨਿਕ, ਐਨ ਮਰਫੀ ਤੇ ਅਰਵਿੰਦਰਪਾਲ ਮੰਡੇਰ ਦੇ ਨਾਂ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ। ਵਿਚਕਾਰ ਅਜਬ ਸਾਂਝ ਹੈ। ਵਿਪਰਵਾਦੀ ਤਾਕਤਾਂ ਨੇ ਮੋਰਚੇ ਖੋਲ੍ਹੇ। RSS ਦੀ ਅਖਿਲ ਭਾਰਤੀ ਕਾਰਜਕਾਰੀ ਮੰਡਲ ਦੀ 10-11 ਜੁਲਾਈ 1982 ਨੂੰ ਆਗਰਾ ਵਿਖੇ ਹੋਈ 2 ਰੋਜ਼ਾ ਮੀਟਿੰਗ ਵਿੱਚ ਪੰਜਾਬ ਅੰਦਰ ਪੈਦਾ ਹੋਈ ਗੰਭੀਰ ਸਥਿਤੀ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਪਾਸ ਕੀਤੇ ਗਏ ਮਤੇ ਅੰਦਰ ਇਹ ਹਿੰਦੂਤਵੀ ਧਾਰਨਾ ਬੇਬਾਕ ਲਹਿਜੇ ਵਿੱਚ ਦੁਹਰਾਈ ਗਈ ਕਿ ਸਿੱਖ ਧਰਮ ਹਿੰਦੂ ਧਰਮ ਨਾਲੋਂ ਵੱਖਰਾ ਜਾਂ ਸੁਤੰਤਰ ਧਰਮ ਨਹੀਂ ਹੈ। ਸਨਾਤਨੀ, ਜੈਨੀ ਤੇ ਬੌਧੀ ਮੱਤਾਂ ਵਾਂਗੂ ਹੀ ਇਹ ਵੀ ਹਿੰਦੂ ਧਰਮ ਦਾ ਹੀ ਇੱਕ ਫਿਰਕਾ ਹੈ। 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਸੱਚੀ ਘਟਨਾ ਦੇ ਝੂਠੇ ਅਰਥ ਕੱਢਦਿਆਂ ਗੁਰੂ ਸਾਹਿਬ ਨੂੰ ਹਿੰਦੂ ਧਰਮ ਦਾ ਉਪਾਸ਼ਕ ਦਰਸਾਉਣ ਦਾ ਯਤਨ ਕੀਤਾ ਗਿਆ। ਇਸੇ ਤਰ੍ਹਾਂ 10ਮ ਪਾਤਸ਼ਾਹ ਵੱਲੋਂ ਖਾਲਸੇ ਦੀ ਸਿਰਜਣਾ ਕਰਨ ਦੀ ਲਾਸਾਨੀ ਘਟਨਾ ਨੂੰ ਵੀ ਹਿੰਦੂ ਧਰਮ ਦੇ ਖਾਤੇ ਵਿੱਚ ਪਾਉਣ ਦੀ ਨਿਰਲੱਜ ਪੂਰਨ ਕੋਸ਼ਿਸ਼ ਕੀਤੀ ਗਈ। ਇਹ ਬੱਜਰ ਝੂਠ ਬੋਲਣ ਤੋਂ ਸੰਕੋਚ ਨਾ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਹਿੰਦੂ ਧਰਮ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਸੀ ਅਤੇ ਇਸ ਨਾਲ ਸਮੁੱਚੀ ਹਿੰਦੂ ਕੌਮ ਅੰਦਰ ਜੁਝਾਰੂ ਜਜ਼ਬਾ ਪੈਦਾ ਹੋ ਗਿਆ ਸੀ, ਜਿਸ ਨਾਲ ਹਿੰਦੁਸਤਾਨ ਦੀ ਧਰਤੀ ਦੇ ਚਾਰੇ ਕੋਨਿਆਂ ਤੋਂ ਅਣਗਿਣਤ ਸੂਰਮਿਆਂ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੀ ਅਗਨੀ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਸਿੱਖ ਕੌਮ ਦੇ ਲਾਸਾਨੀ ਗੁਣ ਤੱਤਾਂ, ਇਸ ਦੀ ਬਹਾਦਰੀ ਤੇ ਹੌਸਲੇ ਨੂੰ ਕਬੂਲ ਕਰਨ ਅਤੇ ਇਸ ਦੀ ਕਦਰ ਕਰਨ ਦੀ ਇਮਾਨਦਾਰੀ ਤੇ ਫਰਾਖਦਿਲੀ ਦਿਖਾਉਣ ਦੀ ਬਜਾਏ ਹਿੰਦੂ ਆਗੂਆਂ ਨੇ ਆਪਣੀ ਮੂਲ ਖਸਲਤ ਅਨੁਸਾਰ ਇੱਕ ਪਾਸੇ ਸਿੱਖ ਕੌਮ ਵਿਰੁੱਧ ਸਾੜੇ ਤੇ ਨਫ਼ਰਤ ਦੀ ਭਾਵਨਾ ਚੋਂ ਵੈਸ਼ੀ ਪੁਣੇ ਦਾ ਕਰੂਪ ਪ੍ਰਗਟਾਵਾ ਕੀਤਾ ਤੇ ਦੂਜੇ ਪਾਸੇ ਸਿੱਖਾਂ ਦੇ ਗੌਰਵਸ਼ਾਲੀ ਵਿਰਸੇ ਨੂੰ ਹਥਿਆਉਣ ਦੀ ਬਦਨੀਤ ਨਾਲ ਸਿੱਖਾਂ ਨੂੰ ਆਪਣੇ ਦਰਸਾਉਣ ਦਾ ਦੰਭ ਕੀਤਾ। ਇਹ ਕਿਹਾ ਗਿਆ ਕਿ ਖਾਲਸਾ ਮੱਤ ਤੇ ਇਸ ਦੇ ਪੈਰੋਕਾਰਾਂ ਦੀ ਪ੍ਰੇਰਨਾਮਈ ਗਾਥਾ ਸਮੁੱਚੀ ਹਿੰਦੂ ਕੌਮ ਦਾ ਗੌਰਵਸ਼ਾਲੀ ਵਿਰਸਾ ਹੈ ਅਤੇ ਇਹ ਕਿਸੇ ਵਿਸ਼ੇਸ਼ ਸੂਬੇ ਤੱਕ ਸੀਮਿਤ ਨਹੀਂ। ਸਿੱਖ ਗੁਰੂ ਸਾਹਿਬਾਨ ਦੀ ਬ੍ਰਹਿਮੰਡੀ ਦ੍ਰਿਸ਼ਟੀ ਨੂੰ ਰਾਸ਼ਟਰਵਾਦ ਦੀ ਸੌੜੀ ਵਿਚਾਰਧਾਰਾ ਦੇ ਅਨੁਕੂਲ ਢਾਲਣ ਦੇ ਕਪਟਪੂਰਨ ਯਤਨ ਕੀਤੇ ਗਏ। ਮਾਨਵਤਾ ਨੂੰ ਵੰਡਣ ਵਾਲੀ ਹਰ ਵਿਚਾਰਧਾਰਾ ਤੇ ਵਿਵਸਥਾ ਦਾ ਖੰਡਨ ਕਰਨ ਵਾਲੇ ਗੁਰੂਆਂ ਨੂੰ ਰਾਸ਼ਟਰਵਾਦੀ ਦਰਸਾਉਣ ਲਈ ਇੱਕ ਪਾਸੇ ਤਾਂ ਇਹ ਕਹਿੰਦੇ ਹੋਏ ਕਿ ਖਾਲਸਾ ਗੁਰੂਆਂ ਨੇ ਸਮੁੱਚੇ ਦੇਸ਼ ਨੂੰ ਆਪਣੀ ਕਰਮ ਭੂਮੀ ਬਣਾਇਆ, ਉਹਨਾਂ ਨੂੰ ਇੱਕ ਦੇਸ਼ ਤੱਕ ਸੀਮਿਤ ਕਰਨ ਦਾ ਖੋਟਾ ਯਤਨ ਕੀਤਾ ਗਿਆ ਅਤੇ ਦੂਜੇ ਪਾਸੇ ਸਿੱਖਾਂ ਦੇ ਵੱਖਰੀ ਪਛਾਣ ਦੇ ਦਾਅਵੇ ਨੂੰ ਰੱਦ ਕਰਨ ਲਈ ਇਹ ਦੰਭੀ ਪੋਜੀਸ਼ਨ ਲਈ ਗਈ ਕਿ ਗੁਰੂਆਂ ਵਿੱਚ ਸੱਚੀ ਸ਼ਰਧਾ ਰੱਖਣ ਵਾਲਾ ਕੋਈ ਵੀ ਵਿਅਕਤੀ ਉਹਨਾਂ ਨੂੰ ਇੱਕ ਪ੍ਰਾਂਤ, ਭਾਸ਼ਾ ਜਾਂ ਮੱਤ ਦੇ ਦਾਇਰੇ ਅੰਦਰ ਕੈਦ ਕਰਨ ਅਤੇ ਇਸ ਤਰ੍ਹਾਂ ਉਹਨਾਂ ਦਾ ਰੁਤਬਾ ਛੋਟਾ ਕਰਨ ਦਾ ਸੁਪਨਾ ਵੀ ਨਹੀਂ ਲੈ ਸਕਦਾ। ਅਗਲੇ ਸਾਲ ਫਿਰ 9-10 ਜੁਲਾਈ ਨੂੰ ਅਖਿਲ ਭਾਰਤੀ ਕਾਰਜਕਾਰੀ ਮੰਡਲ ਦੀ ਪੁਣੇ ਵਿਖੇ ਹੋਈ ਮੀਟਿੰਗ ਵਿੱਚ ਇਹ ਮੁਹਾਰਨੀ ਪੜ੍ਹੀ ਗਈ ਕਿ ਸਾਡੇ ਸਿੱਖ ਭਰਾ ਆਪਣੇ ਵਿਸ਼ੇਸ਼ ਲੱਛਣਾਂ ਨੂੰ ਕਾਇਮ ਰੱਖਦਿਆਂ ਹੋਇਆਂ ਜੈਨੀਆਂ ਤੇ ਬੋਧੀਆਂ ਦੀ ਤਰ੍ਹਾਂ ਹੀ ਹਿੰਦੂ ਸਮਾਜ ਦੇ ਅਟੁੱਟ ਅੰਗ ਵਜੋਂ ਵਿਚਰਦੇ ਆ ਰਹੇ ਹਨ। ਹਿੰਦੂ ਅਤੇ ਸਿੱਖ ਜਿਹੜੇ ਕਿ ਇੱਕੋ ਮਾਤਰ ਭੂਮੀ ਦੇ ਜਾਏ ਹਨ ਅਤੇ ਜਿਹੜੇ ਖੂਨ ਤੇ ਇਤਿਹਾਸ ਦੀਆਂ ਰਵਾਇਤਾਂ ਦੀਆਂ ਸਾਂਝੀਆਂ ਤੰਦਾਂ ਨਾਲ ਬੱਝੇ ਹੋਏ ਹਨ, ਉਹਨਾਂ ਨੂੰ ਧਰਤੀ ਦੀ ਕੋਈ ਵੀ ਤਾਕਤ ਅੱਡੋ ਫਾੜ ਨਹੀਂ ਕਰ ਸਕਦੀ। ਮਾਰਚ 1984 ਵਿੱਚ ਨਾਗਪੁਰ ਵਿਖੇ ਫਿਰ RSS ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਨੇ ਮਤਾ ਪਾਸ ਕਰਕੇ ਸਿੱਖਾਂ ਨੂੰ ਵਿਸ਼ਾਲ ਹਿੰਦੂ ਪਰਿਵਾਰ ਦਾ ਅੰਗ ਕਰਾਰ ਦਿੰਦਿਆਂ ਦਹਿਸ਼ਤਗਰਦਾਂ ਨੂੰ ਭਾਂਜ ਦੇਣ ਲਈ ਸਿੱਖਾਂ ਤੇ ਬਾਕੀ ਦੇ ਹਿੰਦੂਆਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ। ਇੱਥੇ ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿੱਖਾਂ ਤੇ ਬਾਕੀ ਦੇ ਹਿੰਦੂਆਂ ਨੂੰ ਕਹਿਣ ਦਾ ਭਾਵ ਇਹ ਹੈ ਕਿ ਸਿੱਖ ਹਿੰਦੂਆਂ ਨਾਲੋਂ ਵੱਖਰਾ ਵਰਗ ਨਹੀਂ, ਉਹ ਹਿੰਦੂਆਂ ਦਾ ਹੀ ਹਿੱਸਾ ਹਨ। ਹਿੰਦੂ ਤਵੀਆਂ ਤੋਂ ਲੈ ਕੇ ਖੱਬੇ ਪੱਖੀਆਂ ਤੱਕ ਹਰ ਵੰਨਗੀ ਦੇ ਹਿੰਦੂ ਵਿਦਵਾਨਾਂ, ਟਿੱਪਣੀਕਾਰਾਂ, ਕਾਲਮ ਨਵੀਸਾਂ, ਸੰਪਾਦਕਾਂ ਤੇ ਪੱਤਰਕਾਰਾਂ ਨੇ RSS ਦੀ ਪੈੜ ਵਿੱਚ ਪੈੜ ਰੱਖਦੇ ਹੋਏ ਸਿੱਖ ਕੌਮ ਦੀ ਵਿਲੱਖਣ ਹਸਤੀ ਦੀ ਧਾਰਨਾ ਵਿਰੁੱਧ ਵਿਆਪਕ ਪ੍ਰਚਾਰ ਮੁਹਿੰਮ ਆਰੰਭ ਦਿੱਤੀ। ਕੱਟੜ ਹਿੰਦੂ ਤਵੀ ਵਜੋਂ ਜਾਣੇ ਜਾਂਦੇ ਉੱਘੇ ਵਿਦਵਾਨ ਤੇ ਲੇਖਕ ਰਾਮ ਸਵਰੂਪ ਨੇ ਅੰਗਰੇਜ਼ੀ ਦੇ ਪ੍ਰਮੁੱਖ ਅਖਬਾਰ ਟਾਈਮਜ਼ ਆਫ ਇੰਡੀਆ 19 ਦਸੰਬਰ 1984 ਵਿੱਚ ਛਪੇ ਆਪਣੇ ਇੱਕ ਲੇਖ ਵਿੱਚ ਸਿੱਖ ਧਰਮ, ਸਿੱਖ ਇਤਿਹਾਸ ਤੇ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਹਿੰਦੂ ਸੋਚ ਦਾ ਇਹ ਨਮੂਨਾ ਪੇਸ਼ ਕੀਤਾ। ਮੌਕੇ ਦੀ ਇੱਕ ਲੋੜ ਨੂੰ ਪੂਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ। ਉਹਨਾਂ ਦੀ ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਦੇ ਨਵੇਂ ਲੜਾਕੂ ਕਿੱਤੇ ਤੇ ਜ਼ੋਰ ਦੇਣ ਲਈ ਉਹਨਾਂ ਨੂੰ ਸਿੰਘ ਜਾਂ ਸ਼ੇਰ ਦਾ ਨਾਮ ਦਿੱਤਾ ਗਿਆ। ਇਸ ਤਰ੍ਹਾਂ ਇੱਕ ਮਤ ਸ਼ੁਰੂ ਹੋਇਆ ਜਿਹੜਾ ਜਨਮ ਤੇ ਆਧਾਰਿਤ ਨਹੀਂ ਸੀ, ਸਗੋਂ ਇਸਨੇ ਆਪਣੀ ਭਰਤੀ ਉਹਨਾਂ ਚੋਂ ਕੀਤੀ ਜਿਹੜੇ ਜਨਮ ਤੋਂ ਖਾਲਸਾ ਨਹੀਂ ਸਨ। ਇਸ ਵਿੱਚ ਸ਼ਾਮਲ ਹੋਣ ਵਾਲੇ ਲਗਭਗ ਸਾਰੇ ਹੀ ਹਿੰਦੂਆਂ ਵਿੱਚੋਂ ਆਏ ਸਨ। ਵੱਖ-ਵੱਖ ਦੇਸ਼ਾਂ ਅੰਦਰ ਅਲੱਗ-ਅਲੱਗ ਮੌਕਿਆਂ ਤੇ ਫੌਜ ਨੇ ਵੱਖ-ਵੱਖ ਸਰੂਪ ਗ੍ਰਹਿਣ ਕੀਤੇ। ਖਾਲਸਾ ਇਸੇ ਤਰ੍ਹਾਂ ਦਾ ਇੱਕ ਸੈਨਿਕ ਸਰੂਪ ਸੀ। ਇਹ ਸਰੂਪ
कारगर साबित होया ते पंजाब दे लोकां ने मुगल राज का खात्मा कर दिता। पर फिर तकदीर ने पलटा खाधा। 1849 ईस्वी विच बरतानवियां ने पंजाब उत्ते कब्जा कर लिया। हुण पुरानी किस्म का खालसा संभव नहीं रहा सी अते इस विच नवीं भर्ती तकरीबन ठप्प हो गई सी। सिख राज दे ढह ढेरी हो जाण उपरंत ना सिर्फ नवे सिख बनने बंद हो गए सगों जिहड़े पहलां बने सन ओह भी वापस हिंदू सफ़ां विच परतण लग पए। इस घटनाक्रम उत्ते कोई सवाल खड़ा नहीं होया। सिख सफ़ां छड्ड के वापस हिंदू सफ़ा विच शामिल होना पूर्ण मर्यादा पूर्वक ते कुदरती कर्म जापिया। इस विच किसी नूं कोई ज़ाबता कानून भंग हुंदा नहीं जापिया, क्यों जो हिंदू सिख सन ते सिख हिंदू सन। उन्हां विचकार निखेड़ा कारजात्मक फंक्शनल सी, बुनियादी नहीं। सिख एक खास रोल विच हिंदू ही सी। जदों बदलियां होईयां हालतां विच ओह यह रोल ना निभा सकिया तां ओह वापस अपनी पहली हैसीयत विच चला गया। यह घटना विकास भारती यथार्थ दे अनुकूल होण करके बरतानवियां नूं चंगा ना लगा। साम्राजवाद वंडां ते बखेड़ियां दे सिर ते जिंदा रहिंदा है। इस करके उन्हां ने वखरी सिख पछाण दा फुट पाऊ सिद्धांत घड़िया। सिखां ते हिंदुआं विचकार एकता बुनियादी सी, वखरेवे इतफाकिया सन। बरतानवियां ने इस इतफाकिया पक्ष नूं प्रमुख बना दिता। सिख धर्म दे बाहरी चिन्हां भाव ककारां नूं हदों वध उभारना शुरू कर दिता। बहुत सारे बरतानवी विद्वानां प्रशासकां ने सिख धर्म नूं हिंदू धर्म तो खतरे की दुहाई देनी आरंभ कर दी। एक उच्चे पद्धर का बरतानवी प्रशासक M.A. मैकालफ वखरी सिख पछाण दे सिद्धांत का सब नालों शरीला बुलारा बन गया। उसने ते होरनां ने अजिहे परवर्ग प्रदान कर दिते जिहड़े बाद दे सिख विद्वानां दे चिंतन का साजो समान बन गए। बरतानवियां ने राजसी पद्धर ते भी सरगर्मी आरंभ दिती। उन्हां ने ਸਿੰਘ सभावां स्थापित कीतियां। इन्हां ने सिखां नूं हिंदू प्रभाव तो मुक्त कराउण दी मुहिम विढ़ दित्ती अते यह प्रचारना शुरू कर दिता कि सिख हिंदुआं नालों निवेकले हन। उन्हां ने हरमंदर चों पुजारियां वजों काम कर रहे ब्राह्मणां नूं बाहर कढ़ दिता। उन्हां ने इस मंदिर विचों हिंदू देवतियां दीयां मूर्तियां भी बाहर सुੱਟ दित्तियां। यह बरतानवियां नूं खुश करन लई कीता गया। 1909 विच आनंद मैरिज एक्ट पास कर दिता गया। इस तरह बरतानवियां वल्लों बीजे गए बीजां नूं फल पैण लगा। 1898 विच कान सिंह नाभा जिहड़ा कि अंग्रेज़ां दा पक्का ताबेदार सी ने हम हिंदू नहीं है दे सिरलेख हेठ एक किताबचा लिख मारिया। अजोकियां दहशतगर्दी ते बगावतनुमा कार्रवाइयां दी जड़ इस विच ही लगी हुई है। साडे सिख वीरां नूं बरतानवियां वल्लों पढ़ाया पुराना सबक कि ओह हिंदुआं नालों वखरे हन भुलिया नहीं सी। सदी दे पहले दहाके विच छपियां मैकालिफ दीयां रचनावां नूं 60वियां विच दुबारा छापिया गया। होर ज़्यादा गिणती विच अजोके सिख विद्वानां ने इस दी ही तर्ज उत्ते सिखां दा इतिहास लिखिया। इस मनोविग्यानक दबाਅ हेठ आके खाम-खा मसले खड़े किए गए, इंतहा पसंद नारे लाए गए। पिछले कुछ सालों तो कतलों की राजनीति भी दाखिल हो गई। अमृतसर का हरमंदर हथियारों का जखीरा, एक किला ते मुजरमां की छुपण गाह बन गया। इस खतरनाक स्थिति वास्ते जरूरी कार्रवाई करनी पई, जिस नाल इमारत का ना टालण योग कुछ नुकसान होया। एक खब्बे पक्षी हिंदू पत्रकार केवल वर्मा ने इसे ही भाषा ते सुर विच लिखिया। बरतानवी हाकमां ने भारत अंदर संयुक्त आधुनिक सभ्याचार के विकास नूं रोकण लई धार्मिक वखरेपण की चेतना पैदा करन विच योगदान पाया। सिखां दे मामले विच उन्हां ने ਸਿੰਘ सभा लहर ते चीफ खालसा दीवान की स्थापना नूं उत्साहित किया। ਸਿੰਘ सभा लहर का ही एक आगू नाभा रियासत का कान सिंह सी, जिसने कहा सी कि असीं हिंदू नहीं हाँ। गुरुद्वारा सुधार लहर अंदर फिरका प्रस्ती के अंश मौजूद सन। केवल वर्मा ने सिखां वल्लों अपनी वखरी पछाण नूं त्याग के हिंदू मुखधारा अंदर जज़ब हो जाण दी ढीठताई नाल वकालत करदे होए कहा कि पंजाबियां विच जदों पंजाब दे आर्या समाजी ते कुछ हिंदू कांग्रेसी आगूआं ने हिंदुआं नूं पंजाबी दी जगह हिंदी नूं मां बोली करार देण वास्ते प्रेरिया तां दो प्रमुख सिख विद्वानां भाई जोत सिंह ते प्रिंसीपल निरंजन सिंह ने मास्टर तारा सिंह दे कहण उत्ते हिंदू आगूआं अगे यह पेशकश रखी कि जेकर हिंदू मरदमशुमारी अंदर पंजाबी नूं मां बोली वजों दर्ज करवाउण लई सहमत हो जाण तां ओह मास्टर तारा सिंह सिखां नूं गुरमुखी दी थावें देवनागरी लिपि अपनाउण लई मना लैणगे। केवल वर्मा ने सिख कौम की न्यारी पछाण ते हस्ती नूं मलिया मेट करन वाली इस खोटी तजवीज़ दे सिरे ना चढ़ सकण उत्ते गहरा अफसोस करदिआं लिखिया।
ਜੇ ਕਿਤੇ ਇਹ ਪੇਸ਼ਕਸ਼ ਮਨਜ਼ੂਰ ਕਰ ਲਈ ਜਾਂਦੀ ਤਾਂ ਪੰਜਾਬੀ ਨੇ ਵੀ ਭੋਜਪੁਰੀ, ਮੈਥਲੀ ਜਾਂ ਖੜੀ ਬੋਲੀ ਵਾਂਗ ਹਿੰਦੀ ਦੀ ਹੀ ਉਪਭਾਸ਼ਾ ਬਣ ਜਾਣਾ ਸੀ। ਪਰ ਇਸ ਤਰ੍ਹਾਂ ਹੋਣਿਆ ਲਿਖਿਆ ਨਹੀਂ ਸੀ। ਹਿੰਦੂਆਂ ਤੇ ਸਿੱਖਾਂ ਦੇ ਘਿਓ ਖਿਚੜੀ ਹੋ ਜਾਣ ਅਤੇ ਇੱਕ ਸਾਂਝੀ ਸਮਾਜਿਕ ਤੇ ਸੱਭਿਆਚਾਰਕ ਪਛਾਣ ਦੇ ਉੱਭਰ ਆਉਣ ਦੇ ਸਿਲਸਿਲੇ ਨੂੰ ਇਹ ਪਹਿਲੀ ਵੱਡੀ ਢਾਹ ਲੱਗੀ ਸੀ। ਪੰਜਾਬੀ ਦੀ ਦੇਵਨਾਗਰੀ ਲਿਪੀ ਨਾਲ ਸਿੱਖਾਂ ਅੰਦਰ ਦੇਸ਼ ਦੇ ਮੁੱਖ ਭਾਗ ਦਾ ਅੰਗ ਸਮਝਣ ਦੀ ਚੇਤਨਾ ਵਿਕਸਿਤ ਹੋ ਜਾਣੀ ਸੀ, ਪਰੰਤੂ ਬਦਕਿਸਮਤੀ ਨਾਲ ਮੌਜੂਦਾ ਸਾਲਾਂ ਅੰਦਰ ਉਲਟਾ ਚੱਕਰ ਚੱਲ ਪਿਆ। ਇੱਕ ਪੰਜਾਬੀ ਹਿੰਦੂ ਵਿਦਵਾਨ ਡਾਕਟਰ ਸੁਰਿੰਦਰ ਚੋਪੜਾ ਨੇ ਵੀ 80ਵਿਆਂ ਅੰਦਰ ਸਿੱਖਾਂ ਅੰਦਰ ਨਿਆਰੇਪਣ ਦੀ ਚੇਤਨਾ ਦੇ ਜ਼ੋਰ ਫੜ ਜਾਣ ਦੇ ਰੁਝਾਨ ਉੱਤੇ ਆਪਣੀ ਦਿਲੀ ਔਖ ਤੇ ਨਫ਼ਰਤ ਇਹਨਾਂ ਸ਼ਬਦਾਂ ਵਿੱਚ ਜ਼ਾਹਰ ਕੀਤੀ ਸੀ। ਵੱਖਰੀ ਸਿੱਖ ਕੌਮ ਦੀ ਚੇਤਨਾ ਬਰਤਾਨਵੀਆਂ ਤੇ ਅਮਰੀਕਨਾਂ ਦੇ ਸਿਰ ਤੋੜ ਯਤਨਾਂ ਦਾ ਨਤੀਜਾ ਹੈ। ਅਕਾਲੀ ਦਲ ਦਾ ਵੱਖਰੀ ਸਿੱਖ ਕੌਮ ਦਾ ਸਿਧਾਂਤ ਜਿਹੜਾ ਵੇਖਣ ਨੂੰ ਤਾਜ਼ਾ ਪ੍ਰਗਟ ਹੋਇਆ ਜਾਪਦਾ ਹੈ, ਪਰ ਅਸਲ ਵਿੱਚ ਇਹ ਨਵਾਂ ਨਹੀਂ ਹੈ। ਸਿੱਖਾਂ ਦੇ ਬਰਤਾਨਵੀਆਂ ਹੱਥੋਂ ਹਾਰ ਜਾਣ ਉਪਰੰਤ ਦੇਸ਼ ਦੇ ਨਵੇਂ ਹਾਕਮਾਂ ਨੇ ਸਿੱਖ ਭਾਈਚਾਰੇ ਨੂੰ ਲਾਡ ਲਡਾਉਣਾ ਸ਼ੁਰੂ ਕਰ ਦਿੱਤਾ ਸੀ। ਬਰਤਾਨਵੀਆਂ ਨੇ ਸਿੱਖਾਂ ਦੇ ਮਨਾਂ ਅੰਦਰ ਵੱਖਰੀ ਪਛਾਣ ਦਾ ਵਿਚਾਰ ਬਿਠਾਉਣ ਲਈ ਪੂਰੀ ਵਾਹ ਲਾ ਦਿੱਤੀ ਸੀ। ਅਸਲ ਵਿੱਚ ਹਥਿਆਰਬੰਦ ਬਲ ਸਿਖਲਾਈ ਦੇ ਖੇਤਰ ਸਨ, ਜਿੱਥੇ ਵੱਖਰੇ ਪਿਓ ਦਾਦੇ ਤੇ ਵਿਰਸੇ ਦੇ ਅਸਲੀ ਤੇ ਕਲਪਿਤ ਬਿੰਬ ਸਿਰਜੇ ਗਏ ਅਤੇ ਇਹ ਚੇਤਨਾ ਪੈਦਾ ਕੀਤੀ ਗਈ ਕਿ ਸਿੱਖ ਇੱਕ ਵੱਖਰੀ ਪਛਾਣ ਦੇ ਮਾਲਕ ਹਨ। ਭਾਰਤ ਅੰਦਰ ਬਰਤਾਨਵੀ ਹਕੂਮਤ ਦੇ ਖੂਫੀਆ ਮਹਿਕਮੇ ਦੇ ਇੱਕ ਸੀਨੀਅਰ ਅਫਸਰ ਡੀ ਪੈਟਰੀ ਨੇ ਇਹ ਗੱਲ ਕਹੀ ਸੀ ਕਿ ਭਾਰਤੀ ਫੌਜ ਅੰਦਰ ਸਿੱਖਾਂ ਦਾ ਬੜਾ ਮੁਸ਼ੱਕਤ ਨਾਲ ਕੌਮੀਕਰਨ ਕੀਤਾ ਗਿਆ ਸੀ, ਜਾਂ ਉਹਨਾਂ ਨੂੰ ਆਪਣੇ ਆਪ ਨੂੰ ਪੂਰਨ ਤੌਰ ਤੇ ਨਿਆਰੀ ਤੇ ਵੱਖਰੀ ਕੌਮ ਸਮਝਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਉਹਨਾਂ ਅੰਦਰ ਹਰ ਸੰਭਵ ਤਰੀਕੇ ਨਾਲ ਕੌਮੀ ਅਹੰਕਾਰ ਭਰਿਆ ਗਿਆ ਸੀ। ਬਰਤਾਨਵੀ ਇਤਿਹਾਸਕਾਰ ਵੀ ਪਿੱਛੇ ਨਹੀਂ ਰਹੇ ਸਨ। ਮਿਸਾਲ ਵਜੋਂ ਕਨਿੰਗਮ ਕਹਿੰਦਾ ਹੈ ਕਿ ਸਿੱਖਾਂ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਅਧੀਨ ਇੱਕ ਫਿਰਕੇ ਤੋਂ ਸੰਗਤ ਵਿੱਚ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਸੰਗਤ ਤੋਂ ਇੱਕ ਕੌਮ ਵਿੱਚ ਤਬਦੀਲ ਹੋਣ ਦੀ ਗਾਥਾ ਹੈ। ਇਸ ਵਿਚਾਰ ਨੂੰ ਕੁਝ ਸਿੱਖ ਲੇਖਕਾਂ ਨੇ ਗ੍ਰਹਿਣ ਕਰ ਲਿਆ, ਜਿਹੜੇ ਇਹ ਦਾਅਵਾ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੇ ਇੱਕ ਧਾਰਮਿਕ ਭਾਈਚਾਰੇ ਨੂੰ ਖਾਲਸੇ ਦੇ ਰੂਪ ਵਿੱਚ ਸਮਾਜੀ ਰਾਜਸੀ ਕੌਮ ਵਿੱਚ ਪਲਟ ਦਿੱਤਾ। ਕਨਿੰਗਮ ਨੇ ਲਿਖਿਆ ਕਿ ਸਿੱਖ ਧਾਰਮਿਕ ਅਕੀਦਿਆਂ ਤੇ ਦੁਨਿਆਵੀ ਉਮੰਗਾਂ ਦੇ ਮਾਮਲੇ ਵਿੱਚ ਦੂਸਰੇ ਭਾਰਤੀਆਂ ਨਾਲੋਂ ਬਿਲਕੁਲ ਵੱਖਰੇ ਹਨ ਅਤੇ ਉਹ ਆਪਸ ਵਿੱਚ ਭਾਈਚਾਰੇ ਦੀ ਅੰਤਰੀਵ ਭਾਵਨਾ ਤੇ ਬਾਹਰੀ ਮਨੋਰਥ ਜਿਹੜਾ ਹੋਰ ਕਿਤੇ ਨਹੀਂ ਮਿਲਦਾ ਨਾਲ ਬੱਝੇ ਹੋਏ ਹਨ। ਪੰਜਾਬ ਦੀ ਮੌਜੂਦਾ ਸਥਿਤੀ ਦਾ ਅਧਿਐਨ ਕਰਨ ਵਾਲੇ ਸਮਕਾਲੀ ਵਿਦੇਸ਼ੀ ਵਿਦਵਾਨਾਂ ਨੇ ਵੀ ਇਹ ਚੇਤਨਾ ਪੈਦਾ ਕਰਨ ਵਿੱਚ ਚੌਖਾ ਹਿੱਸਾ ਪਾਇਆ ਹੈ। ਉਹਨਾਂ ਨੇ ਸਿੱਖ ਭਾਈਚਾਰੇ ਦੇ ਨਿਆਰੇਪਣ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ। ਸੁਰਿੰਦਰ ਚੋਪੜਾ ਦੀ ਉਪਰੋਕਤ ਬਿਆਨਕਾਰੀ ਗਲਤ ਹੋਣ ਦੇ ਬਾਵਜੂਦ ਤਰਕਯੁਕਤ ਕਹੀ ਜਾ ਸਕਦੀ ਹੈ, ਪਰ ਇਸ ਤੋਂ ਅੱਗੇ ਜਾ ਕੇ ਉਹ ਤਰਕ ਦਾ ਲੜ ਛੱਡ ਕੇ ਕਲਪਨਾ ਦੇ ਘੋੜੇ ਤੇ ਸਵਾਰ ਹੋ ਜਾਂਦਾ ਹੈ, ਜਿਸ ਕਰਕੇ ਉਹ ਬੜਾ ਹੀ ਬੇਹੂਦਾ ਅੰਦਾਜ਼ ਧਾਰਨ ਕਰ ਲੈਂਦਾ ਹੈ। ਉਹ ਇਹ ਕਹਾਣੀ ਘੜ ਲੈਂਦਾ ਹੈ ਕਿ ਸਿੱਖਾਂ ਤੇ ਹਿੰਦੂਆਂ ਨੂੰ ਪਾੜ ਕੇ ਰੱਖਣ ਦੇ ਯਤਨਾਂ ਨੂੰ ਜਾਰੀ ਰੱਖਣ ਲਈ ਬਰਤਾਨਵੀਆਂ ਨੇ ਇੱਕ ਹੋਰ ਹੱਥਕੰਡਾ ਅਪਣਾਇਆ। ਬਰਤਾਨਵੀ ਖੂਫੀਆ ਏਜੰਟਾਂ ਨੇ ਵੱਡੀ ਸੰਖਿਆ ਵਿੱਚ ਸਿੱਖ ਧਰਮ ਗ੍ਰਹਿਣ ਕਰ ਲਿਆ ਅਤੇ ਇੰਗਲੈਂਡ ਅੰਦਰ ਸਿੱਖਾਂ ਦੀ ਵਸੋਂ ਵਾਲੇ ਇਲਾਕਿਆਂ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਇੰਗਲੈਂਡ ਅੰਦਰ ਗੁਰਦੁਆਰਿਆਂ ਵਿੱਚ ਅੰਤਰਲੀਨ ਹੋ ਕੇ ਬੈਠ ਜਾਂਦੇ ਸਨ ਅਤੇ ਇਸ ਤਰ੍ਹਾਂ ਵਿਖਾਵਾ ਕਰਦੇ ਸਨ ਜਿਵੇਂ ਉਹ ਹੱਥ ਵਿੱਚ ਮਾਲਾ ਤੇ ਜਪਜੀ ਸਾਹਿਬ ਲੈ ਕੇ ਲਿਵ ਲਾਈ ਬੈਠੇ ਹੋਣ। ਉਹਨਾਂ ਨੇ ਇੰਗਲੈਂਡ ਵਿੱਚ ਰਹਿੰਦੇ ਸਿੱਖਾਂ ਉੱਤੇ ਤਕੜਾ ਪ੍ਰਭਾਵ ਪਾਇਆ। ਜਦੋਂ ਇੱਕ ਵਾਰ ਉਹਨਾਂ ਨੇ ਆਪਣੀ ਪੜਤ ਬਣਾ ਲਈ ਤਾਂ ਸੂਖਮਤਾ ਨਾਲ ਇਹ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਕਿ ਸਿੱਖ ਬਹਾਦਰ ਕੌਮ ਹਨ ਅਤੇ ਉਹਨਾਂ ਦੇ ਮਨਾਂ ਅੰਦਰ ਇਹ ਗੱਲ ਬਿਠਾ ਦਿੱਤੀ ਕਿ ਉਹ ਆਪਣੇ ਵੱਖਰੇ ਘਰ ਹੋਮਲੈਂਡ ਦੇ ਹੱਕਦਾਰ ਬਣਦੇ ਹਨ। ਇਹ ਦਲੀਲ ਦਿੱਤੀ ਗਈ ਕਿ ਜੇਕਰ ਥੋੜ੍ਹੇ ਜਿਹੇ ਯਹੂਦੀ ਆਪਣਾ ਵੱਖਰਾ ਘਰ ਬਣਾ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ। ਪਰ ਕਿਉਂਕਿ ਬਰਤਾਨਵੀਆਂ ਕੋਲ ਇਹ ਸੂਖਮ ਪ੍ਰਚਾਰ ਜਾਰੀ ਰੱਖਣ ਲਈ ਨਾ ਲੋੜੀਂਦੇ ਸੋਮੇ ਸਨ ਤੇ ਨਾ ਹੀ ਦ੍ਰਿੜਤਾ ਸੀ, ਅਤੇ ਕਿਉਂਕਿ ਇਸ ਖਿੱਤੇ ਦੀ ਚੌਧਰ ਅਮਰੀਕਾ ਨੇ ਗ੍ਰਹਿਣ ਕਰ ਲਈ ਸੀ, ਇਸ ਕਰਕੇ ਬਰਤਾਨਵੀਆਂ ਨੇ ਇਹ ਆਪਰੇਸ਼ਨ ਅਮਰੀਕਨਾਂ ਨੂੰ ਸੌਂਪ ਦਿੱਤਾ। ਜਿਵੇਂ ਕੁਝ ਬਰਤਾਨਵੀਆਂ ਨੇ ਸਿੱਖ ਗੁਰਦੁਆਰਿਆਂ ਤੇ ਨਿਵਾਸ ਖੇਤਰਾਂ ਅੰਦਰ ਘੁਸਪੈਠ ਕਰ ਲਈ ਸੀ, ਉਵੇਂ ਹੀ ਕੁਝ ਅਮਰੀਕੀ ਮਰਦਾਂ ਤੇ ਔਰਤਾਂ ਨੇ ਵੀ ਸਿੱਖ ਧਰਮ ਗ੍ਰਹਿਣ ਕਰ ਲਿਆ ਤੇ ਆਪਣੇ ਬਰਤਾਨਵੀ ਉਸਤਾਦਾਂ ਵਾਂਗੂ ਹੀ ਉਹਨਾਂ ਨੇ ਵੀ ਸਿੱਖ ਰਹਿਣੀ ਬਹਿਣੀ, ਪੱਗਾਂ ਦਾੜੀਆਂ ਆਦਿ ਧਾਰਨ ਕਰ ਲਈਆਂ। ਇੱਥੋਂ ਤੱਕ ਕਿ ਔਰਤਾਂ ਨੇ ਵੀ ਪੱਗਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕੀ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਭਾਰਤ ਅੰਦਰ ਗੁਰਦੁਆਰਿਆਂ ਵਿੱਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਤੇ ਸਿੱਖਾਂ ਨਾਲੋਂ ਵੀ ਵੱਧ ਸ਼ਰਧਾਲੂ ਹੋਣ ਦਾ ਦਿਖਾਵਾ ਕਰਨ ਲੱਗੇ। ਸਿੱਖਾਂ ਦੀ ਦਿਮਾਗੀ ਧੁਲਾਈ ਕਰਨ ਲਈ ਜਿਹੜੇ ਹੱਥਕੰਡੇ ਬਰਤਾਨਵੀ ਖੂਫੀਆ ਏਜੰਟਾਂ ਨੇ ਅਪਣਾਏ ਤੇ ਪ੍ਰਬੀਨ ਕੀਤੇ ਸਨ, ਉਹੀ ਅਮਰੀਕਨਾਂ
ਜਿਨ੍ਹਾਂ ਨੇ ਅਮਰੀਕਾ ਤੇ ਭਾਰਤ ਵਿੱਚ ਸਿੱਖਾਂ ਅੰਦਰ ਵੱਡੇ ਪੱਧਰ ਤੇ ਘੁਸਪੈਠ ਕਰ ਲਈ ਹੋਈ ਸੀ, ਨੇ ਵੀ ਵਰਤਣੇ ਸ਼ੁਰੂ ਕਰ ਦਿੱਤੇ। ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਜਿਹੇ ਮਰਦਾਂ ਤੇ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਵੇਖਿਆ ਜਾ ਸਕਦਾ ਸੀ। ਇੱਕ ਸਾਬਕਾ ਕਮਿਊਨਿਸਟ ਵੀਡੀ ਚੋਪੜਾ, ਜਿਸ ਨੇ 1959 ਵਿੱਚ ਪੰਜਾਬ ਅੰਦਰ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠਾਂ ਖੁਸ਼ ਹੈਸੀਅਤ ਟੈਕਸ ਦੇ ਖਿਲਾਫ ਲੜੇ ਗਏ ਸ਼ਾਨਦਾਰ ਜਨਤਕ ਅੰਦੋਲਨ ਨੂੰ ਤਾਰਪੀਡੋ ਕਰਨ ਵਿੱਚ ਬਦਨਾਮ ਭੂਮਿਕਾ ਨਿਭਾਈ ਸੀ, ਨੇ ਅਕਾਲੀ ਮੋਰਚਿਆਂ ਦੇ ਸ਼ਾਨਾ ਮੱਤੇ ਇਤਿਹਾਸ ਉੱਤੇ ਊਜਾਂ ਦੀ ਬੁਛਾੜ ਕਰਦਿਆਂ ਲਿਖਿਆ, ਅਕਾਲੀ ਲਹਿਰ ਆਪਣੇ ਜਨਮ ਵੇਲੇ ਤੋਂ ਹੀ ਪੁਰਾਤਨ ਪੰਥੀ ਤੇ ਪੁਨਰਵਾਦੀ ਪ੍ਰਵਰਤੀਆਂ ਦੀ ਸ਼ਿਕਾਰ ਸੀ, ਜਦੋਂ ਕਿ ਬਰਤਾਨਵੀ ਸਾਮਰਾਜ ਨੇ ਇਹਨਾਂ ਪ੍ਰਵਰਤੀਆਂ ਨੂੰ ਖਾਦ ਖੁਰਾਕ ਤੇ ਹੱਲਾਸ਼ੇਰੀ ਦਿੱਤੀ। ਧਰਮ ਨਿਰਪੱਖ ਤਾਕਤਾਂ ਨੇ ਇਸ ਰੁਝਾਨ ਪ੍ਰਤੀ ਲਾਪਰਵਾਹੀ ਵਰਤੀ। ਸਾਮਰਾਜਵਾਦ ਵਿਰੋਧੀ ਦੌਰ ਦੇ ਜੋਬਨ ਮੌਕੇ ਵੀ ਅਕਾਲੀ ਸਿੱਖ ਇਤਿਹਾਸ ਵਿੱਚੋਂ ਸਿੱਖਾਂ ਦੀ ਸੂਰਮਗਤੀ ਦੇ ਸੋਲੇ ਗਾਉਂਦੇ ਰਹੇ, ਜਿਸ ਨੇ ਉਹਨਾਂ ਅੰਦਰ ਵੱਖਰੀ ਸਿੱਖ ਪਛਾਣ ਦੀ ਭਾਵਨਾ ਨੂੰ ਬਲ ਦਿੱਤਾ। ਉੱਘੇ ਕਮਿਊਨਿਸਟ ਆਗੂ ਹਰਕਿਸ਼ਨ ਸਿੰਘ ਸੁਰਜੀਤ ਨੇ ਇਸ ਸਿੱਖ ਵਿਰੋਧੀ ਸਿਧਾਂਤਕ ਮੁਹਿੰਮ ਦੇ ਪ੍ਰਭਾਵ ਹੇਠ ਆ ਕੇ ਬਸਤੀਵਾਦੀ ਰਾਜ ਹੇਠ ਲੜੇ ਗਏ ਅਕਾਲੀ ਸੰਘਰਸ਼ਾਂ ਬਾਰੇ ਆਪਣੀਆਂ ਪਹਿਲੀਆਂ ਹਾਂ ਪੱਖੀ ਧਾਰਨਾਵਾਂ ਤੋਂ ਪੁੱਠਾ ਮੋੜਾ ਕੱਟ ਲਿਆ। ਵੀਡੀ ਚੋਪੜਾ ਮੁਤਾਬਕ ਕਾਮਰੇਡ ਸੁਰਜੀਤ ਨੇ ਉਸ ਨਾਲ ਗੱਲਬਾਤ ਦੌਰਾਨ ਅਤੀਤ ਅੰਦਰ ਅਕਾਲੀ ਲਹਿਰ ਪ੍ਰਤੀ ਨਰਮ ਰੁਖ ਅਪਣਾਉਣ ਉੱਤੇ ਪਛਤਾਵਾ ਜ਼ਾਹਰ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੀ ਜੱਦੋ-ਜਹਿਦ ਦੌਰਾਨ ਅਕਾਲੀ ਲਹਿਰ ਦੇ ਸਾਮਰਾਜਵਾਦ ਵਿਰੋਧੀ ਤੱਤ ਦੀ ਹਮਾਇਤ ਕਰਨ ਵੇਲੇ ਅਸੀਂ ਇਸ ਦੇ ਫਿਰਕੂ ਪੱਖ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸਾਮਰਾਜਵਾਦ ਵਿਰੋਧੀ ਪੜਾਅ ਦੌਰਾਨ ਹੀ ਇਸ ਲਹਿਰ ਅੰਦਰ ਫਿਰਕਾ ਪ੍ਰਸਤੀ ਅਤੇ ਭਵਿੱਖ ਵਿੱਚ ਪ੍ਰਗਟ ਹੋਣ ਵਾਲੇ ਵੱਖਵਾਦੀ ਰੁਝਾਨ ਦੇ ਬੀਜ ਮੌਜੂਦ ਸਨ। ਸਿੱਖੀ ਸਰੂਪ ਪ੍ਰਤੀ ਕੋਝੀ ਨਫ਼ਰਤ। ਸਿੱਖਾਂ ਦਾ ਆਪਣੇ ਨਿਆਰੇ ਸਰੂਪ ਨਾਲ ਅਦੁੱਤੀ ਲਗਾ ਮੁੱਢ ਤੋਂ ਹੀ ਹਿੰਦੂ ਵਿਦਵਾਨਾਂ ਅੰਦਰ ਸਾੜਾ ਪੈਦਾ ਕਰਦਾ ਰਿਹਾ ਹੈ। ਸਿੱਖਾਂ ਨੇ ਜਦੋਂ ਵੀ ਹਿੰਦੂਆਂ ਨਾਲੋਂ ਆਪਣੀ ਵੱਖਰੀ ਪਛਾਣ ਦੀ ਗੱਲ ਕੀਤੀ, ਹਿੰਦੂ ਵਿਦਵਾਨਾਂ ਤੇ ਨੇਤਾਵਾਂ ਨੂੰ ਸੱਤੇ ਕੱਪੜੀ ਅੱਗ ਲੱਗ ਉੱਠੀ। ਉਹਨਾਂ ਨੇ ਸਿੱਖ ਕਕਾਰਾਂ ਵਿਰੁੱਧ ਆਪਣੀ ਨਫ਼ਰਤ ਦਾ ਬੇਬਾਕ ਪ੍ਰਗਟਾਵਾ ਕੀਤਾ। ਇਹ ਥੀਮ ਕਿ ਖਾਲਸੇ ਦੀ ਸਾਜਨਾ ਸਮੇਂ ਦੀ ਇੱਕ ਵਿਸ਼ੇਸ਼ ਸੈਨਿਕ ਲੋੜ ਵਿੱਚੋਂ ਕੀਤੀ ਗਈ ਸੀ ਅਤੇ ਜਦੋਂ ਉਹ ਲੋੜ ਖਤਮ ਹੋ ਗਈ ਤਾਂ ਕਕਾਰ ਬੇਮਾਨਾ ਹੋ ਗਏ ਹਨ, ਲਗਾਤਾਰ ਦੁਹਰਾਇਆ ਗਿਆ। ਇਸ ਪਰਥਾਏ ਕਮਿਊਨਿਸਟ ਲਹਿਰ ਅੰਦਰਲੀ ਮਾਓਵਾਦੀ ਧਾਰਾ ਦੇ ਹਮਾਇਤੀ ਇੱਕ ਨਾਮਵਰ ਬੰਗਾਲੀ ਵਿਦਵਾਨ ਦੇ ਵਿਚਾਰ ਕਾਬਲੇ ਜ਼ਿਕਰ ਹਨ। ਇਸ ਵਿੱਚੋਂ ਹਿੰਦੂ ਉੱਚ ਜਾਤੀਆਂ ਦੀ ਸਿੱਖਾਂ ਦੇ ਨਿਆਰੇ ਸਰੂਪ ਪ੍ਰਤੀ ਘਿਨਾਉਣੀ ਨਫ਼ਰਤ ਪ੍ਰਤੱਖ ਉਘੜ ਆਉਂਦੀ ਹੈ। ਸੁਮਾਨਤਾ ਬੈਨਰਜੀ ਨੇ ਕਮਿਊਨਿਸਟਾਂ ਵੱਲੋਂ ਸਿੱਖਾਂ ਦਾ ਆਧੁਨਿਕੀਕਰਨ ਨਾ ਕਰ ਸਕਣ ਉੱਤੇ ਅਫਸੋਸ ਤੇ ਔਖ ਜ਼ਾਹਰ ਕਰਦਿਆਂ ਲਿਖਿਆ, ਕਮਿਊਨਿਸਟਾਂ ਨੇ ਸਿੱਖਾਂ ਅੰਦਰ ਸੁਧਾਰ ਲਿਆਉਣ ਦਾ ਕੋਈ ਯਤਨ ਨਾ ਕੀਤਾ। ਬਾਹਰੀ ਧਾਰਮਿਕ ਚਿੰਨ੍ਹਾਂ, ਜਿਨ੍ਹਾਂ ਦੀ ਹੁਣ ਕੋਈ ਉਪਯੋਗਤਾ ਨਹੀਂ ਰਹੀ, ਨੂੰ ਵੇਲੇ ਦੀਆਂ ਜ਼ਰੂਰਤਾਂ ਨਾਲੋਂ ਬੇਹਿਸਾਬੀ ਪਵਿੱਤਰਤਾ ਅਖਤਿਆਰ ਕਰਨ ਦੀ ਇਜਾਜ਼ਤ ਦਿੱਤੀ ਗਈ। ਜੰਗ ਦੌਰਾਨ ਜਦੋਂ ਸਿੱਖ ਧਰਮ ਇੱਕ ਜੁਝਾਰੂ ਤਾਕਤ ਬਣਿਆ, ਉਦੋਂ ਤਾਂ ਇਹਨਾਂ ਚਿੰਨ੍ਹਾਂ ਤੇ ਸੰਸਕਾਰਾਂ ਦੀ ਅਹਿਮੀਅਤ ਸਮਝ ਆਉਂਦੀ ਹੈ, ਪਰ ਇਹਨਾਂ ਨੂੰ ਜਾਰੀ ਰੱਖਣ ਦੀ ਕੀ ਤੁਕ ਬਣਦੀ ਹੈ। ਧਰਮ ਦੇ ਇਹਨਾਂ ਬਾਹਰੀ ਚਿੰਨ੍ਹਾਂ ਦੀ ਵਰਤੋਂ ਨੂੰ ਇਹ ਕਹਿ ਕੇ ਹਊ ਪਰੇ ਕੀਤਾ ਜਾ ਸਕਦਾ ਹੈ ਕਿ ਇਹ ਕਿਸੇ ਦਾ ਕੁਝ ਨਹੀਂ ਵਿਗਾੜਦੇ, ਪਰ ਜਦੋਂ ਇਹਨਾਂ ਦੀ ਵਰਤੋਂ ਸਿੱਖ ਭਾਈਚਾਰੇ ਦੇ ਉਹਨਾਂ ਮੈਂਬਰਾਂ ਜਿਹੜੇ ਰਵਾਇਤੀ ਰੀਤੀ ਰਿਵਾਜਾਂ ਦੀ ਅਵੱਗਿਆ ਕਰਨ ਦੀ ਹਿੰਮਤ ਦਿਖਾਉਂਦੇ ਹਨ ਉੱਤੇ ਮੂਲਵਾਦੀ ਧੌਂਸ ਮੜਨ ਲਈ ਕੀਤੀ ਜਾਂਦੀ ਹੈ, ਤਾਂ ਇਹਨਾਂ ਵੇਲਾ ਵਿਹਾ ਚੁੱਕੇ ਰੀਤੀ ਰਿਵਾਜਾਂ ਦੇ ਵਿਰੁੱਧ ਲੜਨ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਪ੍ਰਸੰਗ ਅੰਦਰ ਸ਼ਹੀਦ ਭਗਤ ਸਿੰਘ ਦਾ ਵਿਦਵਤਾ ਭਰਪੂਰ ਲੇਖ ਮੈਂ ਨਾਸਤਕ ਕਿਉਂ ਹਾਂ ਉਸ ਸਮੇਂ ਨਾਲੋਂ ਅੱਜ ਦੇ ਸਮੇਂ ਅੰਦਰ ਜ਼ਿਆਦਾ ਢੁਕਵਾਂ ਹੈ, ਪਰ ਕਮਿਊਨਿਸਟ ਜਿਹੜੇ ਭਗਤ ਸਿੰਘ ਦੀ ਵਿਰਾਸਤ ਦੇ ਦਾਅਵੇਦਾਰ ਬਣੇ ਫਿਰਦੇ ਹਨ, ਉਹਨਾਂ ਨੇ ਵੀ ਉਸ ਨੂੰ ਨਿਰਾਸ਼ ਕੀਤਾ ਹੈ। ਸ਼ਹੀਦ ਭਗਤ ਸਿੰਘ ਨੂੰ ਸਿੱਖ ਕਕਾਰਾਂ ਦੇ ਵਿਰੁੱਧ ਭੁਗਤਾਉਣ ਦੀ ਹਿਮਾਕਤ ਕੱਲੇ ਸੁਮਾਨਤਾ ਬੈਨਰਜੀ ਨੇ ਨਹੀਂ ਕੀਤੀ। ਕੇਵਲ ਵਰਮਾ ਨੇ ਵੀ ਭਗਤ ਸਿੰਘ ਦੀ ਉਦਾਹਰਣ ਦੇ ਹਵਾਲੇ ਨਾਲ ਸਿੱਖਾਂ ਨੂੰ ਪਤਿਤਪੁਣੇ ਲਈ ਉਕਸਾਉਂਦਿਆਂ ਲਿਖਿਆ, ਭਗਤ ਸਿੰਘ ਨੇ ਆਪਣੀ ਦਾੜੀ ਸਫਾ ਚੱਟ ਕਰਾ ਦਿੱਤੀ ਸੀ, ਪਰ ਫਿਰ ਵੀ ਉਹ ਹਿੰਦੂਆਂ ਤੇ ਸਿੱਖਾਂ ਦੋਵਾਂ ਲਈ ਬਰਾਬਰ ਸ਼ਹੀਦ-ਏ-ਆਜ਼ਮ ਹੈ। ਸਿੱਖ ਸੰਘਰਸ਼ ਨੂੰ ਢਾਹ ਲਾਉਣ ਅਤੇ ਸਿੱਖ ਚੇਤਨਾ ਨੂੰ ਰਾਸ਼ਟਰਵਾਦੀ ਪੁੱਟ ਚਾੜ੍ਹਨ ਲਈ ਸ਼ਹੀਦ ਭਗਤ ਸਿੰਘ ਦੀ ਰਾਸ਼ਟਰਵਾਦ ਦੇ ਪ੍ਰਤੀਕ ਦੇ ਰੂਪ ਵਿੱਚ ਵਿਆਪਕ ਪੈਮਾਨੇ ਤੇ ਵਰਤੋਂ ਕਰਨ ਦੀ ਰਣਨੀਤੀ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਗਈ। ਸਿੱਖ ਕੌਮ ਅੰਦਰ 1984 ਦੇ ਘੱਲੂਘਾਰੇ ਕਰਕੇ ਜਿਹੜਾ ਵਿਆਪਕ ਰੋਸ ਤੇ ਬੇਗਾਨਗੀ ਪੈਦਾ ਹੋ ਗਈ ਸੀ, ਉਸ ਨੂੰ ਕਾਬੂ ਕਰਨ ਲਈ ਰਾਜੀਵ ਗਾਂਧੀ ਨੇ ਕਾਂਗਰਸ ਪਾਰਟੀ ਦੇ ਘਾਗ ਸਿਆਸਤਦਾਨ ਅਰਜੁਨ ਸਿੰਘ ਨੂੰ ਮਾਰਚ 1985 ਵਿੱਚ ਉਚੇਚੇ ਤੌਰ ਤੇ ਪੰਜਾਬ ਦਾ ਸੂਬੇਦਾਰ ਥਾਪਿਆ ਸੀ। ਅਰਜੁਨ ਸਿੰਘ ਨੇ ਰਾਜੀਵ ਗਾਂਧੀ ਦਾ ਕਲਪਿਆ ਮਕਸਦ ਪੂਰਾ ਕਰਨ ਲਈ ਪੰਜਾਬ ਅੰਦਰ ਰਾਜਸੀ ਸ਼ਤਰੰਜ ਦੀਆਂ ਜੋ ਚਾਲਾਂ ਚੱਲੀਆਂ, ਉਹਨਾਂ ਵਿੱਚੋਂ ਇੱਕ ਅਹਿਮ ਚਾਲ ਰਾਜੀਵ ਗਾਂਧੀ ਦੀ ਪੰਜਾਬ ਦੀ ਰਾਜਸੀ ਫੇਰੀ ਦਾ
फैसला सी। अर्जुन सिंह ने अपनी स्वै जीवनी अंदर इसका वेरवा इस तरह दिता है। संत हरचंद सिंह लौंगोवाल ते होरनां अकाली आगूआं नाल गुप्त राबता बना लैण उपरंत मैं यह महसूस किया कि हुण यह बहुत अहम है कि प्रधानमंत्री नूं पंजाब आउणा चाहीदा है ते सारियां संबंधित धिरां नूं अपील करनी चाहिदी है कि जो हो गया सो हो गया, हुण राज अंदर अमन बहाल होना चाहिदा है। 18 मार्च 1985 नूं मैं दिल्ली गया ते राजीव गांधी नूं अपनी राय बारे दस्सिया। राजीव ने 1 मिनट लई जो मैं कहा सी उस बारे सोचिया ते अपनी सहमति जाहिर कर दित्ती। प्रधानमंत्री दे मन अंदर पहलां ही जिहड़ा सवाल खड़ा होया ओह यह सी कि इस अचनचेत फेरी लई किहड़ा मौका मुनासब होवेगा। मेरा जवाब तैयार सी। मैं उसनूं दस्सिया कि पंजाब दी जंतरी विच 23 मार्च का दिन बहुत अहम है क्योंकि उस दिन 1931 विच भगत सिंह ने धड़क आज़ादी घुलाटिया ते उसदे उस वर्गे ही 2 होर बहादुर साथियां शिवराम राजगुरू ते सुखदेव थापड़ नूं बरतानवियां ने लाहौर दी जेल अंदर फांसी ते लटका दिता सी। पंजाब दे फिरोजपुर जिले दे हुसैनीवाला नां दे जिहड़े पिंड अंदर उन्हां दीआं मृतक देहां दा दाह संस्कार किया गया सी ਉਹ पंजाब दे लोकां लई पूजणयोग अस्थान बन गया है। प्रधानमंत्री नूं यह गल जच गई। राजीव गांधी दी हुसैनीवाला दी प्रस्तावित फेरी दे ऐलान दा पंजाब अंदर बहुत चंगा असर होया। 23 मार्च 1985 नूं राजीव ने हुसैनीवाला विखे जिहड़ा भाषण दिता ਉਹ बहुत ही संजम भरिया सी। उस वल्लों पंजाब दे लोकां नूं अपने इतिहास दा नवां वरका पलटण अते देश दे विकास विच हिस्सा लैण दा दिता सद्दा बहुत पसंद किया गया। उसने हुसैनीवाला विखे शहीदां दी यादगार दा नींह पत्थर भी रखिया। पंजाब दे उस वेले दे पुलिस मुखी कृपाल सिंह ढिल्लों ने अर्जुन सिंह वल्लों सिखां नूं पंथक गाड़ी राह तो मोड़ के राष्ट्रवादी मुखधारा अंदर लियाउण लई शहीद भगत सिंह दे राष्ट्रवादी बिंब दी वरतों करन संबंधी लए बामौका राजनीतिक फैसले नूं उसदी राजसी चतुराई दे सबूत वजों पेश किया है। उसने लिखा है, राजसी चालां दा माहर होण दी हैसियत विच अर्जुन सिंह ने आउंदियां ही उलझियां पईयां गुंझलां नूं खोलण लई संभव नीतियां दीआं परतां फरोलण दे नज़रिए नाल स्थिति दे वख-वख पहलूआं दा जायज़ा लैणा शुरू कर दिता। भारती इतिहास दे अमलां दी गूढ़ी समझ रखण करके उसनूं भारत दे आज़ादी संग्राम दे एक अहम कांड जिहड़ा पंजाब दे लोकां लई डूंघी जज्बाती खिच रखदा सी दा लाहा लैण दी सुझी। क्योंकि 1931 विच मार्च का ही महीना सी जदों वेले दी बरतानवी हुकूमत ने प्रसिद्ध सिख इनकलाबी भगत सिंह अते उसके 2 साथियां जिन्हां नूं पहलां लाहौर सेंट्रल जेल अंदर फांसी दे दित्ती गई सी दियां मृतक देहां नूं चोरी छिपे फिरोजपुर जिले दे हुसैनीवाला पिंड विखे लिजा के उन्हां दा चुप चपीते दाह संस्कार कर दिता सी। इस तरह उस वरे 1985 3 सूरबीर आज़ादी संग्रामियां दी बरसी दे मौके उस पुनीत जगह उत्ते एक विशाल जनतक रैली करन दी तजवीज़ सी तां कि सिख जवानी नूं अतवाद ते खाड़कूपणे दा त्याग करन लई प्रेरण दी उम्मीद नाल उन्हां नूं भारत दी आज़ादी दी लहर विच लोकां वल्लों कीतीआं गईआं महान कुर्बानीआं दा चेता कराया जावे। सिखां दे शहीदां नाल जज्बाती लगाव नूं भारती राष्ट्रवाद दी सेवा विच भुगताउण दी मनशा नाल भगत सिंह तो इलावा आज़ादी के संग्राम दौरान शहीद होए पंजाब के होरनां प्रसिद्ध सूरबीरां दा चिन्हवाद वरतण दे पुरजोर यतन किए गए। सिखां उत्ते यह तौहमत लाउण वेले हिंदू लेखकां ने 2 तत्थां नूं मक्कारी नाल छुपा लिया। एक यह कि गदर नूं कुचलण लई अंग्रेज सैना दे किन्ने ही हिंदू दस्तियां जिवें बंगाली गोरखे मरहट्टे ते होर ने अंग्रेज हाकमां दी सरगर्म मदद कीती सी। दूजा यह कि निरोल अपनियां हिंदू धार्मिक भावनावां अधीन अंग्रेज़ां दे विरुद्ध बगावत करन वाले हिंदू सैनिकां चों वड्डा वर्ग उन्हां पूरबियां दा सी जिन्हां ने थोड़े साल पहलां ही सिख राज दे खात्मे विच अंग्रेज़ हाकमां दा सरगर्मी नाल हत्थ वटाया सी। उगे आरिया समाजी ते राजसी आगू चौधरी चरण सिंह ने 1857 के गदर विच सिखां दे रोल नूं लै के लोक सभा अंदर सिख कौम के खिलाफ बहुत ही भद्दी चिक्कड़ उछाली की सी। जदों सरदार खुशवंत सिंह ने राज सभा अंदर इस घटिया इल्जामबाजी का बादलील जवाब दिता तो इस नाल सिख विरोधी मानसिकता के शिकार हिंदू विद्वानां नूं अग लग उठी। दिल्ली के श्री अरबिंदो कॉलेज के पोलिटिकल साइंस के अध्यापक डॉक्टर MS दाहिया ने पंजाबी यूनीवर्सिटी पटियाला विखे एक सैमीनार अंदर बोलदियां सरदार खुशवंत सिंह अते समुची सिख कौम के खिलाफ अपनी सिख विरोधी नफरत इन्हां घिनौणे लफ्ज़ां विच प्रगट की। हिंदुस्तान टाइम्स अखबार के जाने पछाणे कालम नवीस सरदार खुशवंत सिंह वर्गे नंगे चिट्टे बेईमान व्यक्तियों वालों इतिहास की गलत अर्थ पेशकारी करके
ਲੁਕਵੇਂ ਢੰਗ ਨਾਲ ਆਪਣੇ ਚਹੇਤੇ ਪਾਠਕਾਂ ਦੇ ਮਨਾਂ ਅੰਦਰ ਜ਼ਹਿਰ ਭਰਨ ਦੀ ਉਗੜਵੀਂ ਮਿਸਾਲ ਹੈ। ਭਾਰਤੀ ਇਤਿਹਾਸ ਦੇ ਪੰਨਿਆਂ ਵਿੱਚੋਂ ਗੁਜ਼ਰਦਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬਰਤਾਨਵੀ ਹਕੂਮਤ ਦੀ ਫਿਰਕੂ ਪਹੁੰਚ ਔਰੰਗਜ਼ੇਬ ਦੇ ਸਾਮਰਾਜ ਨਾਲੋਂ ਵੀ ਉਗੜਵੀਂ ਸੀ। ਸਿੱਖ ਰਾਜ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਸ਼ਲ ਕੌਮ ਦਾ ਰੁਤਬਾ ਦੇ ਦਿੱਤਾ। ਇਹ ਫਾਸ਼ੀਵਾਦ ਦੀ ਸ਼ੁਰੂਆਤ ਸੀ ਅਤੇ ਅੰਗਰੇਜ਼ਾਂ ਨੇ ਸਿੱਖਾਂ ਦੀ ਮਦਦ ਨਾਲ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਕੁਚਲ ਕੇ ਰੱਖ ਦਿੱਤੀ। ਸਿੱਖਾਂ ਦੀ ਪੁਸ਼ਤਪਨਾਹੀ ਅੰਗਰੇਜ਼ਾਂ ਲਈ ਖੂਬ ਫਾਇਦੇਮੰਦ ਸਾਬਤ ਹੋਈ। ਜਦੋਂ ਚੌਧਰੀ ਚਰਨ ਸਿੰਘ ਨੇ ਲੋਕ ਸਭਾ ਅੰਦਰ 1857 ਵਿੱਚ ਸਿੱਖਾਂ ਵੱਲੋਂ ਬਰਤਾਨਵੀਆਂ ਦੇ ਹੱਕ ਵਿੱਚ ਲੜਨ ਦੇ ਮੁੱਦੇ ਉੱਤੇ ਸਿੱਖ ਭਾਈਚਾਰੇ ਦੀਆਂ ਧੱਜੀਆਂ ਉਡਾਈਆਂ ਤਾਂ ਖੁਸ਼ਵੰਤ ਸਿੰਘ ਨੇ ਜਾਣ ਬੁੱਝ ਕੇ ਇਤਿਹਾਸ ਦੀ ਤੋੜ ਮਰੋੜ ਕਰਦੇ ਹੋਏ 1857 ਵਿੱਚ ਸਿੱਖਾਂ ਦੇ ਰੋਲ ਨੂੰ ਸਹੀ ਠਹਿਰਾਇਆ। ਕੁਝ ਹਲਕਿਆਂ ਅਨੁਸਾਰ ਇਸੇ ਪੱਧਰ ਪੁਰਸ਼ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅੰਗਰੇਜ਼ਾਂ ਨੂੰ 1857 ਦੇ ਗਦਰ ਦੌਰਾਨ ਸਿੱਖ ਸਿਪਾਹੀਆਂ ਵੱਲੋਂ ਨਿਭਾਏ ਰੋਲ ਦੀ ਯਾਦ ਦਿਵਾਈ ਸੀ। ਇੱਕ ਸੰਵੇਦਨਸ਼ੀਲ ਆਤਮਾ ਜਿਸ ਨੂੰ ਭਾਰਤੀ ਇਤਿਹਾਸ ਦੀ ਸਪਸ਼ਟ ਤਸਵੀਰ ਦਾ ਪਤਾ ਹੈ, ਉਹ ਅਜਿਹੇ ਬਨੌਟੀ ਧਰਮ ਨਿਰਪੱਖਵਾਦੀਆਂ ਦੇ ਮਨਾਂ ਅੰਦਰ ਸੌਖ ਨਾਲ ਝਾਤੀ ਮਾਰ ਸਕਦੀ ਹੈ। ਸਿੱਖ ਬੁੱਧੀਮਾਨ ਵਰਗ ਅੰਦਰਲੇ ਕੁਝ ਸੰਵੇਦਨਸ਼ੀਲ ਤੇ ਖੁਦਦਾਰ ਵਿਅਕਤੀਆਂ ਨੇ ਇਸ ਸਿੱਖ ਵਿਰੋਧੀ ਕੂੜ ਪ੍ਰਚਾਰ ਉੱਤੇ ਤਿੱਖੀ ਨਾਰਾਜ਼ਗੀ ਜਤਾਈ। ਹਰਜੀ ਮਲਿਕ ਨੇ ਸਿੱਖਾਂ ਦੇ ਖਿਲਾਫ ਛੇੜੇ ਗਏ ਇਸ ਮਾਨਸਿਕ ਯੁੱਧ ਵਿੱਚ ਹਮੇਸ਼ਾ ਵਾਂਗ ਇਤਿਹਾਸ ਅਤੇ ਸੱਚ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਰੂ ਹਥਿਆਰ ਦੀ ਵਰਤੋਂ ਕਰਨ ਉੱਤੇ ਗੁਸੈਲਾ ਪ੍ਰਤੀਕਰਮ ਪ੍ਰਗਟਾਇਆ। ਸਰਦਾਰ ਪਤਵੰਤ ਸਿੰਘ ਨੇ ਹਿੰਦੂ ਵਿਦਵਾਨਾਂ, ਸੰਪਾਦਕਾਂ ਤੇ ਕਾਲਮ ਨਵੀਸਾਂ ਵੱਲੋਂ ਸਿੱਖ ਕੌਮ ਉੱਤੇ ਕੀਤੀ ਜਾ ਰਹੀ ਚਿੱਕੜ ਉਛਾਲੀ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਕਾਂਟੇਦਾਰ ਤੇ ਦਲੀਲ ਭਰਪੂਰ ਲੇਖ ਲਿਖਿਆ। ਉਸਨੇ ਹਿੰਦੂ ਵਿਦਵਾਨਾਂ ਉੱਤੇ ਨੈਤਿਕ ਚੋਟ ਕਰਦੇ ਹੋਏ ਲਿਖਿਆ, ਜਦੋਂ ਵਿਦਵਤਾ ਪੱਖ ਪੂਰਨੇ ਸ਼ੁਰੂ ਕਰ ਦਿੰਦੀ ਹੈ ਤਾਂ ਨਿਰਪੱਖਤਾ ਅਤੇ ਤਰਕਪੂਰਨ ਸੋਚ ਖਤਮ ਹੋ ਜਾਂਦੀ ਹੈ। ਪੰਜਾਬ ਸੰਕਟ ਦੌਰਾਨ ਵਿਦਵਤਾ ਵਾਲੀ ਨਿਰਪੱਖਤਾ ਨੂੰ ਹਾਨੀ ਪਹੁੰਚੀ। ਜਦੋਂ ਵਿਦਵਾਨਾਂ ਨੇ 1857 ਦੇ ਗਦਰ ਦੌਰਾਨ ਸਿੱਖਾਂ ਦਾ ਵਿਸ਼ਵਾਸਘਾਤ, ਅੰਗਰੇਜ਼ ਚਾਲਾਂ ਦੇ ਸਨਮੁਖ ਉਹਨਾਂ ਦਾ ਸੱਦੜਪੁਣਾ, ਅੰਗਰੇਜ਼ ਹਾਕਮਾਂ ਦੀ ਵੰਡੋ ਤੇ ਰਾਜ ਕਰੋ ਦੀ ਰਾਜਨੀਤੀ ਅਤੇ ਇਸ ਤਰ੍ਹਾਂ ਹੀ ਹੋਰ ਬਹੁਤ ਕੁਝ ਸਾਬਤ ਕਰਨ ਦਾ ਬੀੜਾ ਚੁੱਕ ਲਿਆ। ਸਥਿਤੀ ਦੀ ਮੰਗ ਸੀ ਕਿ ਸਿੱਖਾਂ ਦੇ ਖਿਲਾਫ ਨਿਗਰ ਕੇਸ ਬਣਾਇਆ ਜਾਵੇ। ਇਹ ਸਿੱਧ ਕਰਨ ਦੀ ਲੋੜ ਸੀ ਕਿ ਸਿੱਖ ਨਸਲ ਇਸ ਕੌਮ ਦੇ ਧੁਰ ਅੰਦਰ ਕੋਈ ਗੰਭੀਰ ਵਿਕਾਰ ਹੈ। ਬਹੁ ਗਿਣਤੀ ਹਿੰਦੂ ਦੇ ਮਾਣ ਦੀ ਪੁਸ਼ਟੀ ਹੋ ਜਾਵੇਗੀ ਜੇਕਰ ਇਹ ਦਿਖਾਇਆ ਜਾ ਸਕੇ ਕਿ ਮੂਲ ਭਾਈਚਾਰੇ ਤੋਂ ਅੱਡ ਹੋ ਜਾਣ ਤੋਂ ਬਾਅਦ ਘੱਟ ਗਿਣਤੀ ਬਣਦਿਆਂ ਇਸ ਸਿੱਖ ਕੌਮ ਵਿੱਚ ਗੰਭੀਰ ਅਲਾਮਤਾਂ ਪੈਦਾ ਹੋ ਗਈਆਂ ਹਨ। ਸਿੱਖ ਕੌਮ ਦੀ ਧਾਰਨਾ ਵਿਰੁੱਧ ਜਹਾਦ ਦਾ ਸੱਦਾ। ਭਾਰਤੀ ਹਾਕਮਾਂ ਨੇ 80ਵਿਆਂ ਦੇ ਮੁੱਢ ਵਿੱਚ ਪੈਦਾ ਹੋਏ ਵਿਸ਼ੇਸ਼ ਰਾਜਸੀ ਮਾਹੌਲ ਦੇ ਸੰਦਰਭ ਵਿੱਚ ਸਿੱਖ ਪੰਥ ਅੰਦਰ ਭਾਰਤੀ ਰਾਜ ਤੋਂ ਅਲੱਗ ਹੋ ਕੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦੀ ਵੱਖਵਾਦੀ ਸੋਚ ਤੇ ਭਾਵਨਾ ਦੇ ਪ੍ਰਫੁੱਲਤ ਹੋਣ ਦੀ ਸੰਭਾਵਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਇਸ ਖਤਰਨਾਕ ਰੁਝਾਨ ਨੂੰ ਮੁੱਢ ਵਿੱਚ ਹੀ ਨੱਪ ਦੇਣ ਦੇ ਇਰਾਦੇ ਨਾਲ ਬਹੁਮੁਖੀ ਤਿਆਰੀਆਂ ਆਰੰਭ ਦਿੱਤੀਆਂ ਸਨ। ਭਾਰਤ ਸਰਕਾਰ ਦੀ ਹੋਮ ਮਿਨਿਸਟਰੀ ਨੇ ਸਿੱਖਾਂ ਅੰਦਰ ਮਕਬੂਲ ਹੋ ਰਹੀ ਖਾਲਿਸਤਾਨ ਦੀ ਮੰਗ ਨਾਲ ਨਜਿੱਠਣ ਲਈ ਢੁਕਵੀਂ ਰਣਨੀਤੀ ਤਿਆਰ ਕਰਨ ਵਾਸਤੇ ਆਪਣੇ ਸਕੱਤਰੇਤ ਨੂੰ ਇੱਕ ਵਿਸਥਾਰੀ ਨੋਟ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ। ਕੁੱਲ 24 ਪੈਰਿਆਂ ਵਿੱਚ ਫੈਲੇ ਇਸ ਨੋਟ ਵਿੱਚੋਂ ਭਾਰਤੀ ਹਾਕਮਾਂ ਦੀ ਸਿੱਖਾਂ ਪ੍ਰਤੀ ਬੁਨਿਆਦੀ ਸਮਝ ਤੇ ਨੀਤੀ ਯੋਜਨਾ ਦੀ ਸਪਸ਼ਟ ਤਸਵੀਰ ਪ੍ਰਗਟ ਹੁੰਦੀ ਹੈ। ਇਸ ਨੋਟ ਅੰਦਰ ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਅੰਗ ਸਮਝਣ ਦੀ ਹਿੰਦੂਤਵੀ ਧਾਰਨਾ ਦੁਹਰਾਈ ਗਈ ਅਤੇ ਸਿੱਖਾਂ ਨੂੰ ਵੱਖਰੀ ਕੌਮ ਸਮਝਣ ਦੇ ਸਿਧਾਂਤਕ ਰੁਝਾਨ ਉੱਤੇ ਗਹਿਰੀ ਚਿੰਤਾ ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਗਿਆ। ਇਸ ਵੱਖਵਾਦੀ ਸੋਚ ਨੂੰ ਭਾਂਜ ਦੇਣ ਲਈ ਧਰਮ ਨਿਰਪੇਖਵਾਦੀ ਤਾਕਤਾਂ ਲਈ ਸਿਧਾਂਤਕ ਸੇਧ ਤੇ ਕਾਰਜ ਯੋਜਨਾ ਨਿਰਧਾਰਿਤ ਕੀਤੀ ਗਈ, ਜਿਸ ਦਾ ਕੇਂਦਰੀ ਧੁਰਾ ਇਹ ਸੀ ਕਿ ਸਿੱਖ ਕੌਮ ਦੀ ਧਾਰਨਾ ਵਿਰੁੱਧ ਪੰਜਾਬੀ ਕੌਮੀਅਤ ਦੀ ਧਾਰਨਾ ਦੀ ਪੋਜੀਸ਼ਨ ਬੁਲੰਦ ਕੀਤੀ ਜਾਵੇ ਅਤੇ ਇਸ ਨੂੰ ਪੰਜਾਬ ਦੇ ਲੋਕਾਂ ਅੰਦਰ ਹਰਮਨ ਪਿਆਰਾ ਬਣਾਉਣ ਲਈ ਇੱਕ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾਵੇ। ਇਸ ਮੰਤਵ ਲਈ ਪੰਜਾਬ ਦੇ ਬੁੱਧੀਮਾਨਾਂ, ਲੇਖਕਾਂ, ਸੰਪਾਦਕਾਂ, ਪੱਤਰਕਾਰਾਂ ਤੇ ਰਾਜਸੀ ਕਾਰਕੁਨਾਂ ਦੀਆਂ ਸੇਵਾਵਾਂ ਹਾਸਲ ਕਰਨ ਨੂੰ ਉਚੇਚੀ ਅਹਿਮੀਅਤ ਦਿੱਤੀ ਗਈ ਸੀ। ਇਸ ਨੋਟ ਦੇ ਕੁਝ ਅੰਸ਼ ਇਸ ਪ੍ਰਕਾਰ ਹਨ। ਧਰਮ ਨਿਰਪੱਖ ਤਾਕਤਾਂ ਨੂੰ ਪੰਜਾਬੀ ਕੌਮੀਅਤ, ਜਿਸ ਵਿੱਚ ਹਿੰਦੂ ਤੇ ਸਿੱਖ ਦੋਵੇਂ ਪੰਜਾਬ ਨੂੰ ਮਜ਼ਬੂਤ ਤੇ ਇਕਮੁੱਠ ਕਰਨ ਵਾਲੇ ਜੁੜਵੇਂ ਹੱਥ ਹਨ, ਨੂੰ ਆਮ ਲੋਕਾਂ ਅੰਦਰ ਹਰਮਨ ਪਿਆਰਾ ਬਣਾਉਣ ਦਾ ਕਾਰਜ ਹੱਥ ਲੈਣਾ ਚਾਹੀਦਾ ਹੈ। ਇਹ ਕਾਰਜ ਪੱਤਰਕਾਰਾਂ, ਲੇਖਕਾਂ, ਰਾਜਸੀ ਕਾਰਕੁਨਾਂ ਤੇ ਆਗੂਆਂ ਨੂੰ ਨਿਭਾਉਣਾ ਚਾਹੀਦਾ ਹੈ। ਆਖਰਕਾਰ ਸਿੱਖ ਸਾਂਝੇ ਹਿੰਦੂ ਸਮਾਜ ਵਿੱਚੋਂ ਹੀ ਆਏ ਹਨ ਅਤੇ ਅੱਜ ਵੀ ਸਿੱਖਾਂ ਦੇ ਬਹੁਤ ਸਾਰੇ ਰਿਸ਼ਤੇ ਨਾਤੇ ਹਿੰਦੂਆਂ ਨਾਲ ਹੀ ਹਨ।
ਇਹ ਸਹੀ ਮੌਕਾ ਹੈ ਜਦੋਂ ਸੌੜੇ ਸਿੱਖ ਫਿਰਕੂਪੁਣੇ ਨੂੰ ਨਕੇਲ ਪਾਉਣ ਅਤੇ ਸਾਮਰਾਜੀਆਂ ਦੀ ਰਾਸ਼ਟਰ ਵਿਰੋਧੀ ਲਹਿਰਾਂ ਦੇ ਜ਼ਰੀਏ ਅਸਥਿਰਤਾ ਪੈਦਾ ਕਰਨ ਦੀ ਬਾਜ਼ੀ ਦਾ ਜੰਮਦਿਆਂ ਹੀ ਗਲ ਘੁੱਟ ਦੇਣ ਲਈ ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਆਪਣਾ ਜ਼ੋਰ ਦਿਖਾਉਣਾ ਚਾਹੀਦਾ ਹੈ। ਸਿੱਖ ਕੌਮ ਜਾਂ ਸਿੱਖ ਮਾਂ ਭੂਮੀ ਦੇ ਸ਼ਬਦ ਦੀ ਵਰਤੋਂ ਲੰਮੇ ਸਮੇਂ ਤੋਂ ਕੁਝ ਨਿਵੇਕਲੇ ਰਸਮੋ ਰਿਵਾਜਾਂ ਤੇ ਅਮਲਾਂ ਦੇ ਧਾਰਮਿਕ ਭਾਈਚਾਰੇ ਲੋਕਾਂ ਦੇ ਇੱਕ ਸਮੂਹ ਦੇ ਅਰਥਾਂ ਵਿੱਚ ਹੁੰਦੀ ਰਹੀ ਹੈ। ਇਸ ਦਾ ਇੱਕ ਇਤਿਹਾਸਕ ਪਿਛੋਕੜ ਹੈ, ਪਰੰਤੂ ਸਿੱਖਾਂ ਵੱਲੋਂ ਭਾਰਤ ਦੇ ਸੰਵਿਧਾਨ ਵਿੱਚ ਸੋਧ ਕਰਨ ਅਤੇ ਸੰਯੁਕਤ ਰਾਸ਼ਟਰ ਸੰਘ ਦਾ ਐਸੋਸੀਏਟਡ ਮੈਂਬਰ ਬਣਾਏ ਜਾਣ ਦੀ ਮੌਜੂਦਾ ਮੰਗ ਭਾਰਤੀ ਰਾਜ ਲਈ ਇੱਕ ਚੁਣੌਤੀ ਹੈ, ਜਿਸ ਦਾ ਟਾਕਰਾ ਕੱਟੜ ਵੱਖਵਾਦੀ ਤੇ ਫਿਰਕੂ ਤਾਕਤਾਂ ਨੂੰ ਲੋਕਾਂ ਵਿੱਚੋਂ ਅਲੱਗ-ਥਲੱਗ ਕਰਨ ਦੇ ਮੰਤਵ ਨਾਲ ਸਬਰ ਭਰੇ ਵਿਆਖਿਆਤਮਕ ਕੰਮ ਨਾਲ ਕਰਨਾ ਚਾਹੀਦਾ ਹੈ। ਪੰਜਾਬੀ ਇੱਕ ਧੜੱਲੇਦਾਰ ਕੌਮੀਅਤ ਹੈ ਅਤੇ ਇਸ ਕਰਕੇ ਪੰਜਾਬ ਦੇ ਪੱਤਰਕਾਰਾਂ, ਲਿਖਾਰੀਆਂ, ਰਾਜਸੀ ਵਰਕਰਾਂ ਤੇ ਬੁੱਧੀਮਾਨ ਵਰਗਾਂ ਨੂੰ ਦਲੇਰੀ ਨਾਲ ਅੱਗੇ ਆਉਣਾ ਚਾਹੀਦਾ ਹੈ। ਹਿੰਦੂਤਵੀ, ਉਦਾਰਪੰਥੀ ਤੇ ਖੱਬੇ ਪੱਖੀ ਸਾਰੀਆਂ ਵਿਚਾਰਧਾਰਕ ਵੰਨਗੀਆਂ ਦੇ ਬੁੱਧੀਜੀਵੀਆਂ, ਸੰਪਾਦਕਾਂ, ਪੱਤਰਕਾਰਾਂ, ਕਾਲਮਨਵੀਸਾਂ, ਲੇਖਕਾਂ, ਕਲਾਕਾਰਾਂ ਤੇ ਰਾਜਸੀ ਵਰਕਰਾਂ ਨੇ ਹੋਮ ਮਿਨਿਸਟਰੀ ਦੇ ਉਪਰੋਕਤ ਸੱਦੇ ਉੱਤੇ ਫੁੱਲ ਚੜਾਉਂਦਿਆਂ ਸਿੱਖ ਕੌਮ ਦੀ ਧਾਰਨਾ ਵਿਰੁੱਧ ਵਿਆਪਕ ਪ੍ਰਚਾਰ ਮੁਹਿੰਮ ਵਿੱਢ ਦਿੱਤੀ। ਸਿੱਖ ਕੌਮ ਦੀ ਧਾਰਨਾ ਦਾ ਨਿਖੇਧ ਕਰਨ ਲਈ ਕੁਝ ਨਾਮਵਰ ਪੰਜਾਬੀ ਵਿਦਵਾਨਾਂ ਨੇ ਪੰਜਾਬੀ ਕੌਮੀਅਤ ਦੇ ਆਧਾਰ ਬਾਰੇ ਜਿਹੜੀਆਂ ਸਿਧਾਂਤਕ ਧਾਰਨਾਵਾਂ ਪੇਸ਼ ਕੀਤੀਆਂ, ਉਹਨਾਂ ਵਿੱਚੋਂ ਉਹਨਾਂ ਦੇ ਸਿੱਖੀ ਪ੍ਰਤੀ ਦਵੈਖ ਦੇ ਭਾਵ ਸਪਸ਼ਟ ਰੂਪ ਵਿੱਚ ਉਜਾਗਰ ਹੁੰਦੇ ਹਨ। ਪੰਜਾਬੀਅਤ ਦੇ ਮੁੱਦਈ ਸਭਨਾਂ ਵਿਦਵਾਨਾਂ ਦੀ ਸਾਂਝੀ ਗੱਲ ਇਹ ਹੈ ਕਿ ਉਹ ਪੰਜਾਬੀ ਬੋਲੀ ਤੇ ਸੱਭਿਆਚਾਰ ਦੇ ਮਸਲੇ ਨੂੰ ਭਾਰਤੀ ਰਾਸ਼ਟਰਵਾਦ ਦੇ ਸਿਧਾਂਤਕ ਪਰਿਪੇਖ ਨਾਲੋਂ ਨਿਖੇੜ ਕੇ ਵੇਖਦੇ ਵਿਚਾਰਦੇ ਹਨ। ਅਸਲ ਵਿੱਚ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਮੁੱਦਈ ਹੋਣ ਕਰਕੇ ਉਹਨਾਂ ਨੂੰ ਇੱਕੋ ਸਾਂਝੀ ਭਾਰਤੀ ਕੌਮ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਪੰਜਾਬੀ ਬੋਲੀ ਤੇ ਸੱਭਿਆਚਾਰ ਦੇ ਭਾਰਤੀਕਰਨ ਅਥਵਾ ਹਿੰਦੂਕਰਨ ਕੀਤੇ ਜਾਣ ਦੀਆਂ ਸੁਚੇਤ ਤੇ ਸਿਲਸਿਲੇਬੱਧ ਕੋਸ਼ਿਸ਼ਾਂ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਉਹ ਜਾਂ ਤਾਂ ਇਸ ਵੱਲੋਂ ਉਂਝ ਹੀ ਅੱਖਾਂ ਮੀਟ ਲੈਂਦੇ ਹਨ ਅਤੇ ਜਾਂ ਇਸ ਨੂੰ ਸਹੀ ਤੇ ਵਾਜਬ ਠਹਿਰਾਉਣ ਤੋਂ ਵੀ ਸੰਕੋਚ ਨਹੀਂ ਕਰਦੇ। ਉਹਨਾਂ ਦੀ ਧਰਮ ਨਿਰਪੱਖ ਰਾਸ਼ਟਰਵਾਦ ਵਿੱਚ ਨਿਸ਼ਠਾ ਉਹਨਾਂ ਨੂੰ ਸਿੱਖੀ ਦੇ ਵਿਰੋਧ ਦਾ ਪੈਂਤੜਾ ਧਾਰਨ ਕਰਨ ਲਈ ਪ੍ਰੇਰਿਤ ਕਰਦੀ ਹੈ। ਸਿੱਖਾਂ ਦੇ ਆਪਣੇ ਧਰਮ, ਸੱਭਿਆਚਾਰ, ਇਤਿਹਾਸ ਤੇ ਰਵਾਇਤਾਂ ਨਾਲ ਗੂੜੇ ਲਗਾਓ ਨੂੰ ਉਹ ਪੰਜਾਬੀ ਪਛਾਣ ਦੇ ਵਿਕਾਸ ਦੀ ਰੁਕਾਵਟ ਸਮਝਦੇ ਹਨ। ਇਸ ਕਰਕੇ ਉਹ ਇਸ ਨੂੰ ਫਿਰਕੂਪੁਣੇ ਦਾ ਨਾਂ ਦੇ ਕੇ ਇਸ ਵਿਰੁੱਧ ਲੜਨ ਦਾ ਕਾਰਜ ਤੈਅ ਕਰਦੇ ਹਨ। ਇਸ ਤਰੀਕੇ ਨਾਲ ਉਹ ਸਿੱਖਾਂ ਦੀ ਆਤਮ ਰੱਖਿਆ ਦੀ ਲੜਾਈ ਦੇ ਵਿਰੋਧ ਵਿੱਚ ਜ਼ਾਲਮ ਭਾਰਤੀ ਰਾਜ ਦੇ ਹਮਾਇਤੀ ਤੇ ਭਾਈਵਾਲ ਹੋ ਨਿਬੜਦੇ ਹਨ। ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਅਡੰਬਰ। ਪੰਜਾਬੀਅਤ ਦੀ ਧਾਰਨਾ ਦਾ ਵਿਆਪਕ ਪੱਧਰ ਤੇ ਪ੍ਰਚਾਰ ਕਰਨ ਲਈ ਪੰਜਾਬੀ ਦਾਨਿਸ਼ਵਰਾਂ ਤੇ ਲੇਖਕਾਂ ਨੂੰ ਲਾਮਬੰਦ ਕਰਨ ਦੇ ਉਦੇਸ਼ ਨਾਲ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਦਾ ਸਿਲਸਿਲਾ ਛੋਹਿਆ ਗਿਆ। ਇਹਨਾਂ ਕਾਨਫਰੰਸਾਂ ਅੰਦਰ ਨਾ ਸਿਰਫ ਸਿੱਖ ਪਛਾਣ ਦੀ ਫਿਰਕੂ ਧਾਰਨਾ ਦੇ ਵਿਰੋਧ ਵਿੱਚ ਸਰਬ ਸਾਂਝੀ ਪੰਜਾਬੀ ਪਛਾਣ ਦੀ ਸੈਕੂਲਰ ਧਾਰਨਾ ਅੱਗੇ ਲਿਆਉਣ ਦੇ ਯਤਨ ਕੀਤੇ ਗਏ, ਸਗੋਂ ਇਸ ਮਨੋਕਲਪਿਤ ਪੰਜਾਬੀ ਪਛਾਣ ਨੂੰ ਵੀ ਭੂਗੋਲਿਕ ਤੱਥ ਨਾਲੋਂ ਨਿਖੇੜ ਕੇ ਇਸ ਦਾ ਪਰਾ ਭੂਗੋਲਿਕ ਕੌਮਾਂਤਰੀਵਾਦੀ ਸੰਕਲਪ ਉਭਾਰਨ ਦੀ ਕੋਸ਼ਿਸ਼ ਕੀਤੀ ਗਈ। ਸਮਕਾਲੀ ਰਾਜਸੀ ਲੋੜ ਨੂੰ ਮੁਖਾਤਬ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਲੜੀ ਦਾ ਆਗਾਜ਼ 1983 ਵਿੱਚ ਦਸੰਬਰ ਦੇ ਆਖਰੀ ਹਫ਼ਤੇ ਦਿੱਲੀ ਦੇ ਫਿੱਕੀ ਆਡੀਟੋਰੀਅਮ ਵਿਖੇ ਹੋਈ ਕਾਨਫਰੰਸ ਨਾਲ ਕੀਤਾ ਗਿਆ। ਕਾਨਫਰੰਸ ਅੰਦਰ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਤੇ ਬੋਲਣ ਵਾਲੇ ਬੁਲਾਰਿਆਂ ਦੀ ਚੋਣ ਕਰਨ ਵੇਲੇ ਉਹਨਾਂ ਦੀ ਸਿਧਾਂਤਕ ਆਸਥਾ ਨੂੰ ਪ੍ਰਮੁੱਖ ਅਹਿਮੀਅਤ ਦਿੱਤੀ ਗਈ। ਇੱਕ ਨਾਮਵਰ ਪੰਜਾਬੀ ਚਿੰਤਕ ਨੇ ਇਸ ਕਾਨਫਰੰਸ ਦਾ ਲੇਖਾ ਜੋਖਾ ਕਰਦਿਆਂ ਇਸ ਦੇ ਪ੍ਰਬੰਧਕਾਂ ਦੀ ਸੁਹਿਰਦਤਾ ਦਾ ਪਾਜ ਖੋਲ੍ਹ ਦਿੱਤਾ। ਉਸਨੇ ਲਿਖਿਆ, 1983 ਵਿੱਚ ਦਿੱਲੀ ਦੇ ਫਿੱਕੀ ਆਡੀਟੋਰੀਅਮ ਵਿੱਚ ਹੋਏ ਵਿਸ਼ਵ ਸੰਮੇਲਨ ਦਾ ਮੁੱਖ ਥੀਮ ਪੰਜਾਬੀਅਤ ਸੀ। ਉਸ ਸੰਮੇਲਨ ਦੇ ਸੈਮੀਨਾਰ ਵਾਲੇ ਦਿਨ ਪੰਜਾਬੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਹ ਵਿਅਕਤੀ ਵੀ ਸੱਦੇ ਗਏ ਜੋ ਸਨ ਤਾਂ ਪੰਜਾਬੀ, ਪਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਸੰਬੰਧਿਤ ਸਰਗਰਮੀਆਂ ਤੋਂ ਅਕਸਰ ਦੂਰ ਰਹਿੰਦੇ ਸਨ। ਪੰਜਾਬੀ ਪਿਛੋਕੜ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਤੇ ਇਸ ਦੇ ਪ੍ਰਵਚਨ ਸੰਸਾਰ ਤੋਂ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ। ਉਹਨਾਂ ਨੇ ਆਪੋ ਆਪਣੇ ਖਿੱਤਿਆਂ 'ਚ ਚੰਗਾ ਨਾਂ ਕਮਾਇਆ ਸੀ ਤੇ ਅੰਗਰੇਜ਼ੀ ਬੋਲਣ ਤੇ ਲਿਖਣ ਦੇ ਮਾਹਰ ਸਨ। ਨਾ ਮੈਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਇਸ ਗੱਲ ਦੀ ਇੰਨੀ ਅਹਿਮੀਅਤ ਨਹੀਂ ਜਿੰਨਾ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਹਿੰਦੂ ਪਰਿਵਾਰਾਂ 'ਚੋਂ ਹੋਣ ਕਰਕੇ ਉਹਨਾਂ ਨਾ ਕਦੇ ਪੰਜਾਬੀ ਪੜ੍ਹੀ, ਨਾ ਲਿਖੀ ਅਤੇ ਨਾ ਅਜਿਹਾ ਹੋਣ ਕਰਕੇ ਉਹਨਾਂ ਨੂੰ ਨਮੋਸ਼ੀ ਹੋ ਰਹੀ ਸੀ।
ਦੂਜੇ ਸ਼ਬਦਾਂ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਉਹਨਾਂ ਦੀ ਸ਼ਮੂਲੀਅਤ ਮੰਨਫੀ ਸੀ। ਉਹ ਉਹਨਾਂ ਪੰਜਾਬੀਆਂ ਚੋਂ ਸਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬੀਅਤ ਦੇ ਸੰਕਲਪ ਵਿੱਚੋਂ ਖਾਰਜ ਕਰ ਦਿੱਤਾ ਸੀ। ਜਦੋਂ ਪੰਜਾਬ ਦੇ ਇੱਕ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੇ ਮੁੱਖ ਸੰਪਾਦਕ ਨੇ ਪੰਜਾਬੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਤਾਂ ਉਸਨੇ ਪੰਜਾਬੀਆਂ ਨੂੰ ਚੰਗਾ ਖਾਣ ਪੀਣ ਤੇ ਹਿੰਮਤੀ ਅਥਵਾ ਧੜੱਲੇਦਾਰ ਸੁਭਾਅ ਦੇ ਹੋਣ ਵਾਲੇ ਦੱਸਿਆ। ਪੰਜਾਬੀਅਤ ਦੀ ਚੂਲ ਪੰਜਾਬੀ ਭਾਸ਼ਾ ਬਾਰੇ ਗੱਲ ਨਾ ਕੀਤੀ। ਇਸੇ ਤਰ੍ਹਾਂ ਇੱਕ ਜਾਣੀ ਪਛਾਣੀ ਬੀਬੀ ਨੇ ਪੰਜਾਬੀਅਤ ਬਾਰੇ ਆਪਣਾ ਭਾਸ਼ਣ ਅੰਗਰੇਜ਼ੀ ਵਿੱਚ ਸੁਣਾਇਆ ਅਤੇ ਕਿਹਾ ਕਿ ਜ਼ਰੂਰੀ ਨਹੀਂ ਕਿ ਉਹ ਪੰਜਾਬੀ ਵਿੱਚ ਆਪਣੇ ਵਿਚਾਰ ਪ੍ਰਗਟ ਕਰੇ ਕਿਉਂਕਿ ਉਹ ਅਜਿਹਾ ਕਰਨ ਦੇ ਸਮਰੱਥ ਨਹੀਂ। ਜ਼ਾਹਰ ਹੈ ਕਿ ਪੰਜਾਬੀ ਪ੍ਰਵਚਨ ਸੰਸਾਰ ਤੋਂ ਖਾਰਜ ਹੋ ਕੇ ਪੰਜਾਬੀਅਤ ਦੀ ਗੱਲ ਸਿਰਫ ਉਹੀ ਕਰਨਗੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਨੇੜੇ ਹੋਣ ਦਾ ਕਦੀ ਮੌਕਾ ਨਹੀਂ ਮਿਲਿਆ। ਜਦੋਂ ਕਿਸੇ ਸੱਭਿਆਚਾਰਕ ਜਾਤੀ ਦੇ ਲੋਕ ਭਾਸ਼ਾ ਰਾਹੀਂ ਆਪਣੇ ਪ੍ਰਵਚਨ ਸੰਸਾਰ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਦੀ ਪਛਾਣ ਦੇ ਨਕਸ਼ ਸਮੇਂ ਦੀ ਤਬਦੀਲੀ ਨਾਲ ਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ। ਇੱਕ ਹੋਰ ਪੰਜਾਬੀ ਦਾਨਸ਼ਵਰ ਨੇ ਵੀ ਇਸ ਕਾਨਫਰੰਸ ਅੰਦਰ ਉਭਾਰੇ ਗਏ ਵਿਚਾਰਧਾਰਕ ਪੈਂਤੜੇ ਦੀ ਤਿੱਖੀ ਆਲੋਚਨਾ ਕੀਤੀ। ਉਸਨੇ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ ਤੇ ਜਸਬੀਰ ਸਿੰਘ ਆਲੂਵਾਲੀਆ ਵਰਗੇ ਵਿਦਵਾਨਾਂ ਵੱਲੋਂ ਪੰਜਾਬੀਅਤ ਦਾ ਪਰਾ ਭੂਗੋਲਿਕ ਕੌਮਾਂਤਰੀਵਾਦੀ ਸੰਕਲਪ ਪ੍ਰਚਾਰਨ ਦੀ ਕੋਸ਼ਿਸ਼ ਦਾ ਮਜ਼ਾਕ ਉਡਾਉਂਦੇ ਹੋਏ ਦ੍ਰਿੜ ਲਹਿਜੇ ਵਿੱਚ ਕਿਹਾ ਕਿ ਇਹ ਧਾਰਨਾ ਕੌਮਾਂਤਰੀ ਪੰਜਾਬੀ ਕਾਨਫਰੰਸ ਨੂੰ ਵਿਚਾਰਧਾਰਕ ਆਧਾਰ ਦੇਣ ਲਈ ਘੜੀ ਗਈ ਹੈ ਜਿਸ ਦਾ ਯਥਾਰਥ ਨਾਲ ਕੋਈ ਜੋੜ ਨਹੀਂ ਬਣਦਾ। ਇਸ ਤੋਂ 2 ਸਾਲਾਂ ਦੇ ਵਕਫੇ ਬਾਅਦ 5 ਤੇ 6 ਦਸੰਬਰ 1985 ਨੂੰ ਦਿੱਲੀ ਦੇ ਉਸੇ ਸ਼ਾਹਾਨਾ ਹਾਲ ਵਿੱਚ ਇੱਕ ਹੋਰ ਵਿਸ਼ਵ ਪੰਜਾਬੀ ਕਾਂਗਰਸ ਦਾ ਸਾਂਗ ਰਚਿਆ ਗਿਆ ਜਿਸ ਨੂੰ ਕੌਮਾਂਤਰੀ ਦਿੱਖ ਪ੍ਰਦਾਨ ਕਰਨ ਲਈ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟ ਢੋਏ ਗਏ ਸਨ। ਕਾਨਫਰੰਸ ਅੰਦਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਨੇ ਇਸ ਕਾਨਫਰੰਸ ਦੇ ਰਾਜਸੀ ਖਾਸੇ ਤੇ ਉਦੇਸ਼ਾਂ ਬਾਰੇ ਕੋਈ ਓਹਲਾ ਨਹੀਂ ਰਹਿਣ ਦਿੱਤਾ। ਰਾਜੀਵ ਗਾਂਧੀ ਨੇ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅੱਤਵਾਦ ਦੇ ਵਿਰੁੱਧ ਡਟਣ ਦਾ ਸੱਦਾ ਦਿੱਤਾ। ਉਸਨੇ ਕਿਹਾ ਕਿ ਅੱਤਵਾਦ ਦੀ ਸਮੱਸਿਆ ਨਾਲ ਸਿਰਫ ਪ੍ਰਸ਼ਾਸਕੀ ਪੱਧਰ ਉੱਤੇ ਨਹੀਂ ਨਿਪਟਿਆ ਜਾ ਸਕਦਾ। ਲੋਕਾਂ ਨੂੰ ਹਿੰਸਕ ਵਾਰਦਾਤਾਂ ਕਰਨ ਵਾਲੇ ਅੱਤਵਾਦੀਆਂ ਦਾ ਆਪ ਪਿੱਛਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਨਾਲ ਸਿਰਫ ਦੇਸ਼ ਦੇ ਅੰਦਰ ਹੀ ਜੂਝਣ ਦੀ ਲੋੜ ਨਹੀਂ ਸਗੋਂ ਬਾਹਰ ਵੀ ਹੈ ਜਿੱਥੇ ਕੁਝ ਅਨਸਰ ਵੱਖਵਾਦੀ ਲਹਿਰ ਸ਼ੁਰੂ ਕਰੀ ਬੈਠੇ ਹਨ। ਉਸਨੇ ਕਾਨਫਰੰਸ ਵਿੱਚ ਵਿਦੇਸ਼ਾਂ ਤੋਂ ਭਾਗ ਲੈਣ ਆਏ ਡੈਲੀਗੇਟਾਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿਰੁੱਧ ਆਵਾਜ਼ ਬੁਲੰਦ ਕਰਨ, ਵਿਦੇਸ਼ਾਂ ਅੰਦਰ ਸਿੱਖ ਅੱਤਵਾਦ ਵਿਰੁੱਧ ਲੜਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨੇ ਉਹਨਾਂ ਵਿਦੇਸ਼ੀ ਡੈਲੀਗੇਟਾਂ ਨੂੰ ਮੈਡਲਾਂ ਨਾਲ ਨਵਾਜਿਆ। ਗੋਆ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਡਾਕਟਰ ਗੋਪਾਲ ਸਿੰਘ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਘਸੇ ਪਿਟੇ ਸੈਕੂਲਰ ਉਪਦੇਸ਼ਾਂ ਦੀ ਮੁਹਾਰਨੀ ਪੜ੍ਹੀ ਕਿ ਧਰਮ ਤੇ ਰਾਜਨੀਤੀ ਨੂੰ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ, ਕਿਸੇ ਵੀ ਰਾਜਨੀਤਿਕ ਪਾਰਟੀ ਲਈ ਧਰਮ ਆਧਾਰ ਨਹੀਂ ਬਣਨਾ ਚਾਹੀਦਾ, ਭਾਸ਼ਾ ਨੂੰ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਵਗੈਰਾ ਵਗੈਰਾ। ਅਖੀਰ ਵਿੱਚ ਕਾਂਗਰਸ ਨੇ ਜਿਹੜੇ ਮਤੇ ਪਾਸ ਕੀਤੇ ਉਹਨਾਂ ਨੇ ਕਾਨਫਰੰਸ ਦੇ ਰਾਜਸੀ ਖਾਸੇ ਤੇ ਮਨੋਰਥਾਂ ਦੀ ਪੁਸ਼ਟੀ ਕਰ ਦਿੱਤੀ। ਸਭ ਤੋਂ ਪਹਿਲੇ ਮਤੇ ਅੰਦਰ ਕੇਂਦਰ ਸਰਕਾਰ ਨੂੰ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਧਰਮ ਨੂੰ ਰਾਜਨੀਤੀ ਨਾਲੋਂ ਵੱਖ ਕਰਨ ਅਤੇ ਧਰਮ ਅਸਥਾਨਾਂ ਦੀ ਸਿਆਸੀ ਪ੍ਰਚਾਰ ਲਈ ਤੇ ਅਪਰਾਧੀਆਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਸ਼ਰਨ ਦੇਣ ਲਈ ਕੀਤੀ ਜਾ ਰਹੀ ਵਰਤੋਂ ਉੱਤੇ ਸਖਤੀ ਨਾਲ ਰੋਕ ਲਾਉਣ ਦੀ ਮੰਗ ਕੀਤੀ ਗਈ। ਇਹ ਸੁਝਾਅ ਵੀ ਦਿੱਤਾ ਗਿਆ ਕਿ ਧਾਰਮਿਕ ਸੰਸਥਾਵਾਂ ਦੇ ਕਿਸੇ ਵੀ ਅਹੁਦੇਦਾਰ ਨੂੰ ਵਿਧਾਇਕ ਬਣਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਮਤੇ ਵਿੱਚ ਇਹ ਰਾਸ਼ਟਰਵਾਦੀ ਮਤ ਦ੍ਰਿੜਾਇਆ ਗਿਆ ਕਿ ਪੰਜਾਬ ਦੇਸ਼ ਦਾ ਅਟੁੱਟ ਹਿੱਸਾ ਹੈ ਅਤੇ ਪੰਜਾਬੀਆਂ ਦੀ ਹੋਣੀ ਦੇਸ਼ ਦੇ ਦੂਜੇ ਭਾਗਾਂ ਵਿੱਚ ਰਹਿੰਦੇ ਲੋਕਾਂ ਨਾਲ ਜੁੜੀ ਹੋਈ ਹੈ। ਪੰਜਾਬੀ ਟ੍ਰਿਬਿਊਨ ਨੇ ਸੰਪਾਦਕੀ ਟਿੱਪਣੀ ਵਿੱਚ ਕਾਨਫਰੰਸ ਦੇ ਰਾਜਸੀ ਮੰਤਵਾਂ ਦਾ ਸੱਚ ਉਘਾੜਦੇ ਹੋਏ ਲਿਖਿਆ, ਵਿਸ਼ਵ ਪੰਜਾਬੀ ਸੰਮੇਲਨ ਕਰਨ ਦਾ ਸਭ ਤੋਂ ਪਹਿਲਾ ਉਦਮ ਇਸ ਦਹਾਕੇ ਦੇ ਆਰੰਭ ਵਿੱਚ ਲੰਡਨ ਵਸਦੇ ਪੰਜਾਬੀ ਲੇਖਕਾਂ ਨੇ ਕੀਤਾ। ਫਿਰ ਕਰਮਵਾਰ ਓਟਾਵਾ, ਬੈਂਕਾਕ ਅਤੇ ਨਵੀਂ ਦਿੱਲੀ ਵਿਖੇ ਹੋਇਆ। ਵਿਸ਼ਵ ਪੰਜਾਬੀ ਕਾਂਗਰਸ ਨਾਂ ਦਾ ਸੰਮੇਲਨ ਇਸ ਕੜੀ ਵਿੱਚ 5ਵਾਂ ਸੰਮੇਲਨ ਸੀ। ਹੁਣ ਤੱਕ ਹੋਏ 5 ਵਿਸ਼ਵ ਪੰਜਾਬੀ ਸੰਮੇਲਨ ਸਮੇਂ-ਸਮੇਂ ਬਣੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵਿਉਂਤੇ ਤੇ ਸੰਪੰਨ ਕੀਤੇ ਗਏ ਹਨ। ਜਿੱਥੇ ਪਹਿਲੇ 4 ਵਿਸ਼ਵ ਸੰਮੇਲਨਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਦਰਪੇਸ਼ ਸਮੱਸਿਆਵਾਂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ, ਉੱਥੇ ਹੁਣ ਵਾਲੀ ਵਿਸ਼ਵ ਪੰਜਾਬੀ ਕਾਂਗਰਸ ਵਿੱਚ ਬਹੁਤਾ ਜ਼ੋਰ ਪੰਜਾਬ ਨਾਲ ਸੰਬੰਧਿਤ ਰਾਜਸੀ ਤੇ ਆਰਥਿਕ ਮਾਮਲਿਆਂ ਉੱਤੇ ਰਿਹਾ। ਸ਼ਾਇਦ ਇਹ ਬਦਲੀਆਂ ਹੋਈਆਂ ਪ੍ਰਸਥਿਤੀਆਂ ਕਾਰਨ ਹੋਇਆ ਹੈ ਜਾਂ ਇਸ ਦਾ ਸੰਗਠਨ ਕਰਨ ਵਾਲਿਆਂ ਦੀ ਮਨਸ਼ਾ ਹੀ ਅਜਿਹੀ ਸੀ।
इस सम्मेलन का उद्घाटन करदिआं प्रधानमंत्री राजीव गांधी ने पंजाब के लोगों को अतवाद विरुद्ध डटण लई सੱਦਾ ਦਿੱਤਾ ते कहा कि लोगों को आतंकवाद ते हिंसा विरुद्ध चेतन करन दी लोड़ है। श्री प्रेम भाटिया ने पंजाबियों को बीते तो पल्ला छुड़ा के भविख वल देखण ते अपनी सोच नूं सीमित हद्दां तो बाहर लिया के वड्डे चौगिरदे नाल मुड़ सांझ वधाउण लई कहा। इस सम्मेलन का धुंधला पक्ष यह भी सी कि इस विच शामिल होए देश ते विदेशों के पंजाबी लेखकों के नां सामने नहीं आए, सिवाए 2 लेखकों नूं छड्ड के। पंजाबी भाषा ते सभ्याचार के मसलिਆਂ नूं भी कोई खास समा नहीं दिता गया। पंजाबी बोली साहित्य ते सभ्याचार के विकास लई कोई ठोस निशाने नहीं मिथे गए। डॉक्टर प्रमोद कुमार का सिख विरोधी सिद्धांतक नज़रिया। करिड नाल जुड़े हुए एक उगे विद्वान डॉक्टर प्रमोद कुमार ने 1983-84 विच अपने 3 होरना सहयोगियों नाल रल के पंजाब संकट बारे एक अहम किताबचा पंजाब क्राइसिस कंटैक्सट एंड ट्रेंड्स लिखिया। लिखत बारी तौर ते एक गहर गंभीर खोजपूर्ण ते निरपक्ष भावी रचना का प्रभाव दिंदी है, जिथे पंजाब दे संकट की तह हेठां काम करदे सारे बुनियादी विचारधारक, आर्थिक, समाजिक, राजनीतिक, सभ्याचारक ते मनोविग्यानक तत्थां का इतिहास प्रसंग विच रख के भरवां ते संतुलित विश्लेषण करन दा अंदाज़ धारण कीता प्रतीत हुंदा है। पर जिवें कहा जाता है कि हर चमकीली वस्तु सोना नहीं हुंदी, उसे तरह लिखत दा अंदरूनी भाव इसके बाहरी प्रभाव नालों बिल्कुल उल्टा संदेश दिंदा है। लिखत अंदर सारा जोर अकाली दल दे समकाली संघर्ष धर्म युद्ध मोर्चा के सिद्धांतक आधार नूं ना सिर्फ पूर्ण रूप विच रद्द करन, सगों इसनूं मनमाने ढंग नाल फिरकू संकीर्ण ते पिछाकड़ी करार दे के समाज दीआं नज़रां विच बधू करन अते अकाली दल दीआं सारियां प्रमुख धार्मिक, आर्थिक ते राजसी मंगां नूं पूरी तरह तर्कहीन ते गैर वाजिब दर्शाउण उत्ते लग्गिया साफ नज़र पैंदा है। लिखत दे आरंभ विच करिड दे संचालक रछपाल मल्होत्रा वल्लों लिखे मुख बंद अते प्रोफैसर बिपिन चंद्र द्वारा लिखी गई भूमिका विचों पंजाब संकट बारे इस समुचे नेहरू मार्का बौद्धिक कोड़मे दी सिख विरोधी उलार उपभावां नाल ग्रहणी सिद्धांतक समझ ते अमली कारजनीति दा खाका साफ उघड़ आउंदा है। लेखका ने अपनी लिखत अंदर इसकी वध ठोस ते भरमाऊ व्याख्या ही की है। विद्वान लेखका ने आधुनिक रीत का पालन करदिआं पंजाब मसले का विग्यानक विधि के जरिए तर्कयुक्त विश्लेषण करने का दावा किया है। इस दृष्टिकोण का मूल तत्त यह है कि कोई समाजी वर्तारा किन्ना भी गुंझलदार क्यों ना होवे, उस विच बिना छोट आर्थिक तत्त ही निर्णायक हुंदा है ते केवल दृढ़ जमाती दृष्टिकोण तो ही उसकी सही व्याख्या संभव हो सकती है। आर्थिक ते जमाती दृष्टिकोण तो वेखिया विद्वान लेखकां नूं यह गूढ़ इल्हाम होया कि सिख समाज अलग अलग जमातां विच वंडिया होया है। इस करके समुचे सिख भाईचारे दे कोई सर्ब सांझे हित नहीं हो सकते अते ना ही सर्ब सांझे भाव हो सकते हैं। अकाली दल दे संघर्ष की व्याख्या मौका प्रस्त आगुआं वल्लों लोकां नूं अपने हथ ठोके बनाउण दे सिद्धांत दे नुकता निगाह तो की गई। इस दृष्टिकोण मुताबक लेखकां ने यह सिद्धांतक धारणा पेश की कि पंजाब अंदर हरे इनकलाब के अमल सदका सिख किसानी अंदर एक ताकतवर धनाढ़ सरमाएदार वर्ग पैदा हो गया है अते इस वर्ग ने अपने ज़रई हितां की पूर्ति लई केंद्र सरकार के खिलाफ संघर्ष का अडंबर विढ़िया। इस संघर्ष नूं वध असरदार बनाउण लई इसनूं धार्मिक रंगत दित्ती। इस ढंग नाल सिख किसानी दीआं दरमियानियां ते गरीब परतां नूं धर्म के नां ते गुमराह किया गया। लेखका मुताबक आनंदपुर साहिब के मते विच दर्ज सारियां आर्थिक मंगां जिवें कि खेती विच वरतियां जांदियां वस्तुआं, रे, डीजल, मशीनरी, सुधरे बीज आदि दीआं कीमतां घटाउणियां, किसानों द्वारा पैदा किए अनाज नूं सारे देश अंदर किसी भी जगह बेचण की खुल देनी, खेती की पैदावार का मुल खेती की लागत के आधार पर तय करना, किसानों द्वारा पैदा कीतियां जिनसां दे खरीद मुल विच वाधा करना आदि हकीकत विच सिख समाज अंदरले धनाढ़ किसान वर्ग दे ही हित पूरदियां हन। इस तर्कशील विश्लेषण चों विद्वान लेखकां नूं यह ज्ञान भी हो गया कि दरियाई पाणियां दी वंड बारे सारा विवाद
ਵੰਡ ਦਾ ਗਲਤ ਆਧਾਰ ਮਿੱਥ ਲੈਣ ਵਿੱਚੋਂ ਪੈਦਾ ਹੋਇਆ ਹੈ। ਲੇਖਕਾਂ ਅਨੁਸਾਰ ਦਰਿਆਈ ਪਾਣੀਆਂ ਨੂੰ ਕਿਸੇ ਇੱਕ ਜਾਂ ਦੂਜੇ ਰਾਜ ਦੀ ਮਲਕੀਅਤ ਸਮਝਣ ਦੀ ਪ੍ਰਾਚੀਨ ਧਾਰਨਾ ਦਾ ਤਿਆਗ ਕਰਕੇ ਪਾਣੀਆਂ ਦੀ ਵੰਡ ਜ਼ਰੂਰਤ ਨੂੰ ਸਾਹਮਣੇ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ਰੂਰਤ ਦਾ ਹਿਸਾਬ ਲਾਉਣ ਲਈ ਤਰਕਸ਼ੀਲ ਤੇ ਵਿਗਿਆਨਕ ਕਸੌਟੀ ਅਪਣਾਈ ਜਾਣੀ ਚਾਹੀਦੀ ਹੈ। ਇਸ ਤਰਕਸ਼ੀਲ ਤੇ ਵਿਗਿਆਨਕ ਕਸੌਟੀ ਦੇ ਆਧਾਰ ਤੇ ਲੇਖਕ ਇਸ ਨਿਰਣੇ ਉੱਤੇ ਅਪੜੇ ਕਿ ਪੰਜਾਬ ਅੰਦਰ ਮਸਲਾ ਉਹਨਾਂ ਪਾਣੀ ਦੀ ਕਿੱਲਤ ਦਾ ਨਹੀਂ ਜਿੰਨਾ ਇਸ ਦੀ ਸਹੀ ਤੇ ਸਚਿਆਰੀ ਵਰਤੋਂ ਦਾ ਹੈ। ਲੇਖਕਾਂ ਨੇ ਅੰਕੜਿਆਂ ਦੀ ਜਾਦੂਗਰੀ ਨਾਲ ਇਹ ਵੀ ਸਾਬਤ ਕਰ ਦਿਖਾਇਆ ਕਿ ਪੰਜਾਬ ਅੰਦਰ ਜੇਕਰ ਲੋੜੀਂਦਾ ਸਨਅਤੀ ਵਿਕਾਸ ਨਹੀਂ ਹੋਇਆ ਤਾਂ ਇਸ ਚੋਂ ਇਹ ਸਿੱਟਾ ਕਦਾਚਿਤ ਨਹੀਂ ਨਿਕਲਦਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਆਰਥਿਕ ਖੇਤਰ ਵਿੱਚ ਗਿਣ ਮਿੱਥ ਕੇ ਕੋਈ ਵਿਤਕਰਾ ਕੀਤਾ ਜਾਂਦਾ ਹੈ। ਇਹ ਸਨਅਤੀ ਪਛੜੇਵਾ ਆਮ ਰੂਪ ਵਿੱਚ ਹੀ ਅਣਸਾਵੇਂ ਤੇ ਉਗੜੇ ਦੁਗੜੇ ਆਰਥਿਕ ਵਿਕਾਸ ਦਾ ਤਰਕਪੂਰਨ ਨਤੀਜਾ ਹੈ। ਵਿਗਿਆਨਕ ਤਰਕਸ਼ੀਲ ਨਜ਼ਰੀਏ ਤੋਂ ਵੇਖਿਆ ਲੇਖਕਾਂ ਨੂੰ ਸਿੱਖਾਂ ਦੀਆਂ ਸਾਰੀਆਂ ਧਾਰਮਿਕ ਮੰਗਾਂ ਜਿਵੇਂ ਕਿ ਦਰਬਾਰ ਸਾਹਿਬ ਤੋਂ ਕੀਰਤਨ ਰਿਲੇਅ ਕਰਨ, ਪਵਿੱਤਰ ਥਾਵਾਂ ਨੇੜਿਓਂ ਤੰਬਾਕੂ, ਮੀਟ ਤੇ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਅਤੇ ਅੰਮ੍ਰਿਤਸਰ ਨੂੰ ਵੈਟੀਕਨ ਸਿਟੀ ਦਾ ਰੁਤਬਾ ਦੇਣ ਆਦਿ ਦੇ ਪਿੱਛੇ ਫਿਰਕੂ ਦ੍ਰਿਸ਼ਟੀਕੋਣ ਤੇ ਸੰਕੀਰਨ ਭਾਵਨਾ ਕੰਮ ਕਰਦੀ ਨਜ਼ਰ ਆਈ। ਲੇਖਕਾਂ ਦੇ ਸ਼ਬਦਾਂ ਵਿੱਚ ਅਕਾਲੀ ਦਲ ਦੀਆਂ ਕੁਝ ਧਾਰਮਿਕ ਮੰਗਾਂ ਜਿਵੇਂ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦਾ ਸੁਝਾਅ ਅਤੇ ਆਲ ਇੰਡੀਆ ਰੇਡੀਓ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਰਿਲੇਅ ਕਰਨ ਬਾਰੇ ਕਹਿਣਾ ਆਦਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਜਿਸ ਵਿੱਚ ਸੁਤੰਤਰ, ਸਮਾਜਵਾਦੀ, ਧਰਮ ਨਿਰਪੱਖ ਤੇ ਜਮਹੂਰੀ ਗਣਰਾਜ ਦੀ ਸਥਾਪਨਾ ਦਾ ਸੰਕਲਪ ਪ੍ਰਗਟਾਇਆ ਗਿਆ ਹੈ ਦੀ ਉਲੰਘਣਾ ਹੈ। ਵਿਦਵਾਨ ਲੇਖਕਾਂ ਮੁਤਾਬਕ ਭਾਰਤੀ ਸੰਵਿਧਾਨ ਸਾਰੇ ਧਰਮਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਪਰ ਇਹ ਕਿਸੇ ਵੀ ਖਾਸ ਧਰਮ ਦਾ ਉਚੇਚਾ ਪੱਖ ਨਹੀਂ ਪੂਰਦਾ ਤੇ ਸੰਵਿਧਾਨ ਦੀ ਧਾਰਾ 51A ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਵਿਗਿਆਨਕ ਮਿਜ਼ਾਜ ਵਿਕਸਿਤ ਕਰਨਾ ਹਰ ਸ਼ਹਿਰੀ ਦਾ ਫਰਜ਼ ਹੈ। ਵਿਗਿਆਨਕ ਮਿਜ਼ਾਜ ਵਿਕਸਿਤ ਕਰਨ ਦਾ ਭਾਵ ਹੈ ਗਿਆਨ ਗ੍ਰਹਿਣ ਕਰਨ ਲਈ ਵਿਗਿਆਨ ਦੀ ਵਿਧੀ ਨੂੰ ਪ੍ਰਵਾਨ ਕਰਨਾ ਅਤੇ ਇਹ ਮੰਨਣਾ ਕਿ ਵਿਗਿਆਨ ਵਤੀਰਾ ਕੱਟੜਤਾ, ਅੰਧ ਵਿਸ਼ਵਾਸ ਤੇ ਪਿਛਲ ਬਿਰਤੀ ਦੇ ਰੋਗ ਕੱਟਦਾ ਹੈ। ਹਕੀਕਤ ਵਿੱਚ ਜਿਨ੍ਹਾਂ ਦਾ ਧਰਮ ਦੇ ਨਾਂ ਹੇਠ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ। ਇਸ ਕਰਕੇ ਅਜਿਹੀਆਂ ਧਾਰਮਿਕ ਮੰਗਾਂ ਨੂੰ ਮੰਨਣ ਦਾ ਮਤਲਬ ਧਰਮ ਨੂੰ ਉਤਸ਼ਾਹਿਤ ਕਰਨਾ ਹੀ ਹੋਵੇਗਾ। ਇੱਥੋਂ ਤੱਕ ਕਿ 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਵੱਲੋਂ 13 ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਣ ਦੀ ਖੂਨੀ ਵਾਰਦਾਤ ਲਈ ਵੀ ਲੇਖਕਾਂ ਨੇ ਉਲਟਾ ਸਿੱਖਾਂ ਨੂੰ ਹੀ ਧਾਰਮਿਕ ਅਸਹਿਣਸ਼ੀਲਤਾ ਦੇ ਦੋਸ਼ੀ ਕਰਾਰ ਦਿੱਤਾ। ਇਸੇ ਹੀ ਤਰ੍ਹਾਂ ਸੈਕੂਲਰਿਜ਼ਮ ਦੀ ਕਸੌਟੀ ਦਾ ਇਹ ਕੁਹਾੜਾ ਅਕਾਲੀ ਦਲ ਦੀਆਂ ਰਾਜਸੀ ਮੰਗਾਂ ਉੱਤੇ ਵੀ ਬੇਰਹਿਮੀ ਨਾਲ ਵਾਹਿਆ ਗਿਆ। ਸਿੱਖਾਂ ਦੀ ਨਿਆਰੀ ਹਸਤੀ ਨੂੰ ਗਿਣੇ ਮਿੱਥੇ ਢੰਗਾਂ ਨਾਲ ਖੋਰਾ ਲਾਉਣ ਦੇ ਯਤਨਾਂ ਬਾਰੇ ਸਿੱਖਾਂ ਦੇ ਹਕੀਕੀ ਤੌਖਲਿਆਂ ਤੇ ਸਰੋਕਾਰਾਂ ਨੂੰ ਕਪਟ ਭਰੀਆਂ ਦਲੀਲਾਂ ਨਾਲ ਨਾ ਸਿਰਫ ਗੈਰ ਵਾਜਿਬ ਠਹਿਰਾਇਆ ਗਿਆ ਸਗੋਂ ਇਸ ਦੇ ਲਈ ਸਿੱਖਾਂ ਨੂੰ ਫਿਰਕੂਪੁਣੇ ਤੇ ਤੰਗਦਿਲੀ ਦੇ ਦੋਸ਼ੀ ਕਰਾਰ ਦਿੱਤਾ ਗਿਆ। ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਬੇਰੋਕ ਤੇ ਬੇਨਿਯਮੀ ਆਮਦ ਅਤੇ ਫੌਜ ਅੰਦਰ ਸਿੱਖਾਂ ਦੀ ਤਾਕਤ ਨੂੰ ਸੋਚੇ ਸਮਝੇ ਤੇ ਸਿਲਸਿਲੇਬੱਧ ਢੰਗਾਂ ਨਾਲ ਖੋਰਾ ਲਾਉਣ ਦੇ ਯਤਨਾਂ ਦਾ ਵਿਰੋਧ ਕਰਨਾ ਅਤੇ ਸੰਵਿਧਾਨ ਦੀ ਧਾਰਾ 25A ਵਿੱਚ ਸੋਧ ਕਰਨ ਦੀ ਮੰਗ ਕਰਨੀ ਵਿਦਵਾਨ ਲੇਖਕਾਂ ਦੀਆਂ ਨਜ਼ਰਾਂ ਵਿੱਚ ਨਾਕਾਬਲੇ ਮੁਆਫ ਫਿਰਕੂ ਅਪਰਾਧ ਹੋ ਨਿਬੜਿਆ। ਅਕਾਲੀ ਦਲ ਦੀ ਰਾਜਾਂ ਨੂੰ ਖੁਦਮੁਖਤਿਆਰੀ ਦੇਣ ਦੀ ਸਭ ਨਾਲੋਂ ਅਹਿਮ ਰਾਜਸੀ ਮੰਗ ਨੂੰ ਸਿਧਾਂਤਕ ਰੂਪ ਵਿੱਚ ਵਾਜਬ ਠਹਿਰਾਉਂਦਿਆਂ ਅਗਲੇ ਹੀ ਕਦਮ ਤੇ ਇਹ ਕਹਿ ਕੇ ਨਕਾਰ ਦਿੱਤਾ ਗਿਆ ਕਿ ਰਾਜਾਂ ਨੂੰ ਆਟੋਨਮੀ, ਖੁਦਮੁਖਤਿਆਰੀ ਤੇ ਹੋਰਨਾਂ ਸੈਕੂਲਰ ਮੰਗਾਂ ਵਾਸਤੇ ਰਾਜਸੀ ਲਾਮਬੰਦੀ ਕਰਨ ਵੇਲੇ ਜਾਤ, ਧਰਮ ਤੇ ਅਜਿਹੀ ਕਿਸੇ ਵੀ ਹੋਰ ਫੁੱਟ ਪਾਊ ਗੱਲ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ। ਰਾਜਸੀ ਲਾਮਬੰਦੀ ਦਾ ਉਦੇਸ਼ ਧਰਮ ਨਿਰਲੇਪਤਾ, ਵਿਗਿਆਨਕ ਮਿਜ਼ਾਜ, ਸਾਇੰਟੀਫਿਕ ਟੈਂਪਰ, ਜਮਹੂਰੀ ਚੇਤਨਾ ਤੇ ਅਗਾਂਹ ਵਧੂ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੋਣਾ ਚਾਹੀਦਾ ਹੈ। ਮੁੱਕਦੀ ਗੱਲ ਸਮੁੱਚੀ ਲਿਖਤ ਦਾ ਨਿਚੋੜ ਇਹ ਸੀ ਕਿ ਸਿੱਖਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹਰ ਦਲੀਲ ਤੇ ਮੰਗ ਦੇ ਪਿੱਛੇ ਉਹਨਾਂ ਦਾ ਫਿਰਕੂ ਦ੍ਰਿਸ਼ਟੀਕੋਣ ਕੰਮ ਕਰਦਾ ਹੈ ਅਤੇ ਇਹ ਫਿਰਕੂ ਦ੍ਰਿਸ਼ਟੀਕੋਣ ਹੀ ਫਿਰਕਾ ਪ੍ਰਸਤੀ ਦੀ ਵਿਰਾਟ ਸਮੱਸਿਆ ਦੀ ਅਸਲੀ ਜੜ ਹੈ। ਇਸ ਕਰਕੇ ਜਿੰਨਾ ਚਿਰ ਇਸ ਫਿਰਕੂ ਵਿਚਾਰਧਾਰਾ ਨੂੰ ਵਿਚਾਰਧਾਰਾ ਦੇ ਪੱਧਰ ਤੇ ਹੀ ਲੰਮੇ ਹੱਥੀ ਨਹੀਂ ਲਿਆ ਜਾਂਦਾ ਅਰਥਾਤ ਇਸ ਦੇ ਖਿਲਾਫ ਵਿਚਾਰਧਾਰਕ ਰਾਜਸੀ ਪੱਧਰ ਤੇ ਜੰਗ ਦੇ ਮੋਰਚੇ ਨਹੀਂ ਖੋਲ੍ਹੇ ਜਾਂਦੇ ਉਹਨਾਂ ਚਿਰ ਇਸ ਸਮੱਸਿਆ ਨੂੰ ਕਾਬੂ ਜਾਂ ਖਤਮ ਨਹੀਂ ਕੀਤਾ ਜਾ ਸਕਦਾ। ਜ਼ਾਹਰਾ ਤੌਰ ਤੇ ਇਸ ਲਿਖਤ ਦਾ ਅਸਲੀ ਉਦੇਸ਼ ਪੰਜਾਬ ਅੰਦਰ ਖੱਬੇ ਪੱਖੀ ਤਾਕਤਾਂ ਨੂੰ ਸਿੱਖ ਸੰਘਰਸ਼ ਦੇ ਖਿਲਾਫ ਸਿੱਧੀ ਟੱਕਰ ਲੈਣ ਲਈ ਸਿਧਾਂਤਕ ਪੱਧਰ ਤੇ ਤਿਆਰ ਬਰ-ਤਿਆਰ ਤੇ ਸ਼ਸਤਰਬੱਧ ਕਰਨਾ ਸੀ। ਖੱਬੇ ਪੱਖੀ ਤਾਕਤਾਂ ਨੂੰ ਇਸ ਕਾਰਜ ਲਈ ਕਿਸ ਤਰ੍ਹਾਂ ਚੁਸਤੀ ਭਰੇ ਤੇ ਯੋਜਨਾਬੱਧ ਢੰਗਾਂ ਨਾਲ ਤਿਆਰ ਕੀਤਾ ਗਿਆ ਇਸ ਦਾ ਖੁਲਾਸਾ ਅੱਗੇ ਜਾ ਕੇ 6ਵੇਂ ਕਾਂਡ ਵਿੱਚ ਕੀਤਾ ਗਿਆ ਹੈ।
ਇੱਕ ਸਿੱਖ ਵਿਦਵਾਨ ਅਮਰਜੀਤ ਗਰੇਵਾਲ ਵੱਲੋਂ ਲਗਭਗ ਇਸੇ ਤਰਜ਼ ਤੇ ਲਿਖੀ ਕਿਤਾਬ ਦੀ ਚਰਚਾ ਅਗਲੇ ਕਾਂਡ ਵਿੱਚ ਕੀਤੀ ਗਈ ਹੈ। ਇੱਕ ਹੋਰ ਬੌਧਿਕ ਉਪੱਦਰ ਭਾਰਤੀ ਹਾਕਮਾਂ ਵੱਲੋਂ ਸਮਕਾਲੀ ਰਾਜਸੀ ਲੋੜਾਂ ਦੀ ਪੂਰਤੀ ਲਈ ਵਿਦਿਅਕ ਅਦਾਰਿਆਂ ਦੀ ਨਿਰਸੰਕੋਚ ਵਰਤੋਂ ਕੀਤੀ ਗਈ। ਵਿਦਵਾਨਾਂ ਨੇ ਹਿੰਦੂ ਹੁਕਮਰਾਨਾਂ ਦੀ ਰਜ਼ਾ ਅਨੁਸਾਰ ਸਿੱਖ ਸੰਘਰਸ਼ ਨੂੰ ਭੰਡਣ ਵਿੱਚ ਵਫਾਦਾਰ ਭੂਮਿਕਾ ਨਿਭਾਈ। ਸਿੱਖ ਵਿਰੋਧੀ ਮਾਨਸਿਕਤਾ ਵਾਲੇ ਕੁਝ ਹਿੰਦੂ ਵਿਦਵਾਨਾਂ ਨੇ ਇਸ ਮਾਮਲੇ ਵਿੱਚ ਵੱਧ ਗਰਮਜੋਸ਼ੀ ਦਿਖਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੋਲੀਟੀਕਲ ਸਾਇੰਸ ਵਿਭਾਗ ਨੇ 1981 ਵਿੱਚ ਕੁਝ ਸਮਾਜ ਸ਼ਾਸਤਰੀਆਂ ਵੱਲੋਂ ਪੰਜਾਬ ਦੀ ਸਮਕਾਲੀ ਸਮਾਜਿਕ ਤੇ ਰਾਜਸੀ ਹਾਲਤ ਬਾਰੇ ਲਿਖੇ ਲੇਖਾਂ ਤੇ ਆਧਾਰਿਤ ਇੱਕ ਕਿਤਾਬ ਪੋਲੀਟੀਕਲ ਡਾਇਨਾਮਿਕਸ ਆਫ ਪੰਜਾਬ ਦੇ ਅਨੁਵਾਨ ਹੇਠ ਛਾਪੀ ਸੀ। ਉਦੋਂ ਅਜੇ ਸਿੱਖ ਉਭਾਰ, ਜਿਹਨੂੰ ਅਕਾਦਮਿਕ ਸ਼ਾਸਤਰੀਆਂ ਨੇ ਪੰਜਾਬ ਸੰਕਟ ਜਾਂ ਸਿੱਖ ਸੰਕਟ ਦਾ ਨਾਂ ਦੇ ਕੇ ਬਦੂ ਕਰਨ ਦਾ ਯਤਨ ਕੀਤਾ, ਦੇ ਲੱਛਣ ਖੁੱਲ੍ਹ ਕੇ ਪ੍ਰਗਟ ਨਹੀਂ ਹੋਏ ਸਨ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਉਪਰੰਤ ਸਿੱਖ ਖਾੜਕੂ ਸੰਘਰਸ਼ ਦੇ ਉਭਾਰ ਦੇ ਮੱਦੇਨਜ਼ਰ ਪੋਲੀਟੀਕਲ ਸਾਇੰਸ ਵਿਭਾਗ ਦੇ ਪ੍ਰੋਫੈਸਰ ਸੁਰਿੰਦਰ ਚੋਪੜਾ ਨੂੰ ਇਸ ਕਿਤਾਬ ਨੂੰ ਨਵੇਂ ਰੂਪ ਵਿੱਚ ਛਾਪਣ ਦੀ ਤੱਦੀ ਮਹਿਸੂਸ ਹੋਈ। ਪਹਿਲੀ ਕਿਤਾਬ ਵਿੱਚ ਦਰਜ ਜ਼ਿਆਦਾਤਰ ਲੇਖ ਅਕਾਦਮਿਕ ਹੱਦਾਂ ਅੰਦਰ ਰਹਿ ਕੇ ਲਿਖੇ ਗਏ ਸਨ। ਇਸ ਕਰਕੇ ਇਹ ਸਿੱਖ ਸੰਘਰਸ਼ ਵਿਰੁੱਧ ਰਾਜਸੀ ਪ੍ਰਾਪੇਗੰਡੇ ਦੀ ਲੋੜ ਪੂਰੀ ਨਹੀਂ ਕਰਦੇ ਸਨ। ਇਸ ਲੋੜ ਦੀ ਪੂਰਤੀ ਲਈ ਸੁਰਿੰਦਰ ਚੋਪੜਾ ਨੇ ਕੁਝ ਮੰਨੇ ਪਰਮੰਨੇ ਵਿਦਵਾਨਾਂ ਤੇ ਜਨਤਕ ਹਸਤੀਆਂ ਕੋਲੋਂ ਉਚੇਚੀ ਫਰਮਾਇਸ਼ ਕਰਕੇ ਨਵੇਂ ਲੇਖ ਲਿਖਵਾਏ। ਇਹ ਮੰਨੇ ਪਰਮੰਨੇ ਵਿਦਵਾਨ ਤੇ ਜਨਤਕ ਹਸਤੀਆਂ ਉਹ ਵਿਅਕਤੀਆਂ ਸਨ ਸੁਰਿੰਦਰ ਚੋਪੜਾ ਵਾਂਗੂ ਜਿਨ੍ਹਾਂ ਦਾ ਸਿੱਖ ਵਿਰੋਧੀ ਨਜ਼ਰੀਆ ਕਿਸੇ ਕੋਲੋਂ ਭੁੱਲਿਆ ਨਹੀਂ। ਇਹਨਾਂ ਚੋਂ ਕਾਮਰੇਡ ਸਤਪਾਲ ਡਾਂਗ ਤੇ ਕਾਮਰੇਡ ਹਰਕਿਸ਼ਨ ਸੁਰਜੀਤ ਦੇ ਨਾਂ ਖਾਸ ਤੌਰ ਤੇ ਜ਼ਿਕਰਯੋਗ ਹਨ। ਕਿਤਾਬ ਦਾ ਟਾਈਟਲ ਬਦਲ ਕੇ ਪੋਲੀਟੀਕਲ ਡਾਇਨਾਮਿਕਸ ਐਂਡ ਕ੍ਰਾਈਸਿਸ ਇਨ ਪੰਜਾਬ ਰੱਖਿਆ ਗਿਆ ਅਤੇ ਇਸ ਦੀ ਸਾਖ ਵਧਾਉਣ ਲਈ ਇੱਕ ਅਮਰੀਕੀ ਵਿਦਵਾਨ ਪੌਲ ਵੈਲਸ ਦਾ ਨਾਂ ਸਹਿ ਸੰਪਾਦਕ ਦੇ ਰੂਪ ਵਿੱਚ ਜੋੜਿਆ ਗਿਆ। ਕਿਤਾਬ ਅੰਦਰ ਕੁੱਲ ਮਿਲਾ ਕੇ 23 ਲੇਖਕਾਂ ਦੇ ਲੇਖ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚੋਂ 15 ਗੈਰ ਸਿੱਖ ਤੇ 8 ਸਿੱਖ ਸਨ। ਪਰ ਇਹਨਾਂ 8 ਸਿੱਖਾਂ ਵਿੱਚੋਂ 4 ਕੱਟੜ ਖੱਬੇ ਪੱਖੀ ਸਨ। ਕੁੱਲ ਮਿਲਾ ਕੇ ਸਾਰੀ ਕਿਤਾਬ ਅੰਦਰ ਸਿੱਖ ਦ੍ਰਿਸ਼ਟੀਕੋਣ ਤੋਂ ਲਿਖਿਆ ਕੇਵਲ ਇੱਕੋ ਲੇਖ ਸ਼ਾਮਲ ਕੀਤਾ ਗਿਆ, ਉਹ ਵੀ ਸਿੱਖ ਸੰਘਰਸ਼ ਬਾਰੇ ਨਹੀਂ ਸਗੋਂ ਇੱਕ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਬਾਰੇ ਸੀ। ਕਿਤਾਬ ਦਾ ਸੰਪਾਦਕ ਸੁਰਿੰਦਰ ਚੋਪੜਾ ਜਿੱਥੇ ਇੱਕ ਪਾਸੇ ਇਹ ਗੱਲ ਮੰਨ ਕੇ ਚੱਲਦਾ ਹੈ ਕਿ ਪੰਜਾਬ ਦਾ ਸੰਕਟ ਰਾਜਸੀ ਤੌਰ ਤੇ ਬਹੁਗਿਣਤੀ ਸਿੱਖ ਵਸੋਂ ਦੇ ਐਥਨਿਕ ਨਸਲੀ ਸੱਭਿਆਚਾਰਕ ਸਰੋਕਾਰਾਂ ਦੁਆਰੇ ਕੇਂਦਰਿਤ ਹੈ, ਉੱਥੇ ਸਾਰੀ ਕਿਤਾਬ ਅੰਦਰ ਇਸ ਸੰਕਟ ਬਾਰੇ ਸਿੱਖ ਦ੍ਰਿਸ਼ਟੀਕੋਣ ਤੋਂ ਲਿਖਿਆ ਇੱਕ ਵੀ ਲੇਖ ਸ਼ਾਮਲ ਨਹੀਂ ਕੀਤਾ ਗਿਆ। ਸੰਪਾਦਕਾਂ ਦੀ ਇਸ ਚੋਣ ਤੋਂ ਉਹਨਾਂ ਦੇ ਮਾਨਸਿਕ ਤੇ ਰਾਜਸੀ ਝੁਕਾਵਾਂ ਦੀ ਕੰਸੋਹ ਮਿਲ ਜਾਂਦੀ ਹੈ। ਵੈਸੇ ਦੋਨੋਂ ਹੀ ਸੰਪਾਦਕਾਂ ਨੇ ਸਿੱਖ ਸੰਘਰਸ਼ ਵਿਰੁੱਧ ਆਪਣੇ ਮਾਨਸਿਕ ਪ੍ਰਤੀਭਾਵ ਤਵੱਸਬ ਲੁਕੋ ਕੇ ਨਹੀਂ ਰੱਖੇ। ਪੌਲ ਵੈਲਸ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਤੋਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਵਿਸ਼ੇ ਉੱਤੇ PhD ਕੀਤੀ ਸੀ ਅਤੇ 80ਵੀਆਂ ਵਿੱਚ ਉਸਨੇ ਦਿੱਲੀ ਸਥਿਤ ਅਮਰੀਕਨ ਇੰਸਟੀਚਿਊਟ ਆਫ ਇੰਡੀਅਨ ਸਟੱਡੀਜ਼ ਵਿਖੇ ਬਤੌਰ ਸੀਨੀਅਰ ਰਿਸਰਚ ਫੈਲੋ ਕੰਮ ਕੀਤਾ ਸੀ। ਪੌਲ ਵੈਲਸ ਦਾ ਮਨ ਪੂਰਨ ਰੂਪ ਵਿੱਚ ਪੱਛਮ ਦੇ ਆਧੁਨਿਕਵਾਦੀ ਫਲਸਫੇ ਅਨੁਸਾਰ ਢਲਿਆ ਹੋਇਆ ਹੈ, ਜਿਸ ਕਰਕੇ ਸਿੱਖ ਕੌਮ ਦੇ ਧਾਰਮਿਕ, ਸੱਭਿਆਚਾਰਕ ਤੇ ਰਾਜਸੀ ਸਰੋਕਾਰਾਂ ਪ੍ਰਤੀ ਉਸ ਦੇ ਨਜ਼ਰੀਏ ਬਾਰੇ ਅਨੁਮਾਨ ਲਾਉਣਾ ਔਖਾ ਨਹੀਂ। ਉਸ ਦੇ ਵਿਚਾਰ ਅਨੁਸਾਰ ਸਿੱਖਾਂ ਦੀ ਵੱਖਰੀ ਪਛਾਣ ਇਸ ਦੇ ਜਨਮ ਤੋਂ 2 ਸਦੀਆਂ ਬਾਅਦ ਵਿੱਚ ਜਾ ਕੇ ਸਿੱਖਾਂ ਦੇ 10ਵੇਂ ਤੇ ਆਖਰੀ ਗੁਰੂ ਗੋਬਿੰਦ ਸਿੰਘ ਵੱਲੋਂ 1699 ਈਸਵੀ ਵਿੱਚ ਖਾਲਸੇ ਦੀ ਸਾਜਣਾ ਉਪਰੰਤ ਹੀ ਉੱਘੜ ਕੇ ਸਾਹਮਣੇ ਆਈ ਸੀ। ਪਰੰਤੂ ਇਸ ਤੋਂ ਬਾਅਦ ਵੀ ਸਿੱਖਾਂ ਦੀ ਹਿੰਦੂਆਂ ਨਾਲ ਗੂੜੀ ਸਾਂਝ ਬਣੀ ਰਹੀ ਅਤੇ ਅਮਲੀ ਤੌਰ ਤੇ ਉਹ ਇਸਲਾਮੀ ਮੁਗਲ ਹਕੂਮਤ ਵਿਰੁੱਧ ਹਿੰਦੂਆਂ ਦੀ ਖੜਗ ਪੂਜਾ ਵਜੋਂ ਹੀ ਕੰਮ ਕਰਦੇ ਰਹੇ। ਇਹ 20ਵੀਂ ਸਦੀ ਦੇ ਪਹਿਲੇ ਕੁਝ ਦਹਾਕਿਆਂ ਤੱਕ ਵੀ ਸਮਾਜਿਕ ਤੌਰ ਤੇ ਸਿੱਖਾਂ ਤੇ ਹਿੰਦੂਆਂ ਨੇ ਆਪਸੀ ਸਾਂਝਾਂ ਬਣਾਈ ਰੱਖੀਆਂ, ਜਿਸ ਕਰਕੇ ਉਹਨਾਂ ਅੰਦਰ ਸਾਂਝੀ ਪਛਾਣ ਦੀ ਸੂਝ ਵਿਕਸਿਤ ਹੋਈ। ਇਸ ਤੋਂ ਅੱਗੇ ਉਹ ਬਸਤੀਵਾਦੀ ਹਾਕਮਾਂ ਵੱਲੋਂ ਸਿੱਖਾਂ ਅੰਦਰ ਵੱਖਰੀ ਪਛਾਣ ਦੀ ਚੇਤਨਾ ਵਿਕਸਿਤ ਕਰਨ ਦੀ ਘਸੀ ਪਿਟੀ ਧਾਰਨਾ ਦੁਹਰਾਉਂਦਾ ਹੋਇਆ ਇਸ ਸੰਦਰਭ ਵਿੱਚ ਸਿੰਘ ਸਭਾ ਲਹਿਰ ਤੇ ਚੀਫ ਖਾਲਸਾ ਦੀਵਾਨ ਦੇ ਰੋਲ ਬਾਰੇ ਹਿੰਦੂ ਵਿਦਵਾਨਾਂ ਦੇ ਨਕਾਰਾਤਮਕ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ। ਅਖੀਰ ਵਿੱਚ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਹੇਠ ਉਭਰੀ ਸਿੱਖ ਖਾੜਕੂ ਧਾਰਾ ਉੱਤੇ ਪ੍ਰਚਲਿਤ ਸੈਕੂਲਰਿਸਟ ਬੌਧਿਕ ਰੀਤ ਅਨੁਸਾਰ ਪੁਨਰਵਾਦ, ਅੱਤਵਾਦ ਤੇ ਦਹਿਸ਼ਤਗਰਦੀ ਦੇ ਠੱਪੇ ਲਾਉਂਦਾ ਹੈ ਅਤੇ ਕੁਲਦੀਪ ਨਈਅਰ ਦੇ ਹਵਾਲੇ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਕਾਂਗਰਸ ਦੀ ਪੈਦਾਇਸ਼ ਸੀ। ਇਤਿਹਾਸ ਵਿੱਚੋਂ ਉੱਭਰੀ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਡਾਕਟਰ ਸੁਰਿੰਦਰ ਚੋਪੜਾ ਦੇ ਤਵੱਸਬੀ ਵਿਚਾਰਾਂ ਦਾ ਨਮੂਨਾ ਅਸੀਂ ਪਿੱਛੇ ਬਾਖੂਬੀ ਵੇਖ ਲਿਆ ਹੈ।
80ਵੇਂ ਅੰਦਰ ਪ੍ਰਗਟ ਹੋਏ ਸਿੱਖ ਉਭਾਰ ਬਾਰੇ ਉਸ ਦੇ ਵਿਚਾਰਾਂ ਦਾ ਸਾਰ ਅੰਸ਼ ਇਹ ਹੈ ਕਿ ਸਿੱਖ ਧਨਾੜ ਕਿਸਾਨਾਂ ਨੂੰ ਇਹ ਵਹਿਮ ਹੋ ਗਿਆ ਹੈ ਕਿ ਭਾਰਤ ਅੰਦਰ ਉਹਨਾਂ ਨੂੰ ਆਰਥਿਕ ਤੌਰ ਤੇ ਉન્નਤ ਤੇ ਪ੍ਰਫੁੱਲਤ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਅਹਿਸਾਸ ਨੂੰ ਉਹ ਵਿਗੋਚੇ ਦੇ ਰੋਗ ਲੱਛਣਾਂ ਦਾ ਤਿਰਸਕਾਰ ਭਰਿਆ ਨਾਂ ਦਿੰਦਾ ਹੈ। ਉਸ ਮੁਤਾਬਕ ਸਿੱਖ ਧਨਾੜ ਕਿਸਾਨ ਵਰਗ ਆਪਣੀ ਮਾਇਕ ਤਾਕਤ ਨਾਲ ਆਮ ਸਿੱਖ ਜਨਤਾ ਨੂੰ ਵਰਗਲਾਉਣ ਦੀ ਸਮਰੱਥਾ ਤੇ ਰੁਚੀ ਰੱਖਦਾ ਹੈ। ਉਹਨਾਂ ਨੇ ਆਪਣੇ ਭਾਈਚਾਰੇ ਦੇ ਲੁੱਟੇ ਜਾ ਰਹੇ ਵਰਗਾਂ ਨੂੰ ਵੀ ਇਹ ਗੱਲ ਜਚਾ ਦਿੱਤੀ ਹੈ ਕਿ ਸਿੱਖ ਕੌਮ ਦੀ ਅੰਦਰੂਨੀ ਫਿਰਕੂ ਇਕਮੁੱਠਤਾ ਅੰਤਰ ਫਿਰਕਾ ਜਮਾਤੀ ਚੇਤਨਾ ਨਾਲੋਂ ਵੱਧ ਮਹੱਤਵਪੂਰਨ ਹੈ। ਸਿੱਖ ਵਰਗ ਮੂਲ ਸੁਭਾਅ ਪੱਖੋਂ ਹੀ ਆਕਾਂਖਿਆਵਾਨ ਹੈ, ਪਰ ਸਿੱਖ ਕਿਸਾਨ ਵਰਗ ਖਾਸ ਕਰਕੇ ਮਨਾਂ ਅੰਦਰ ਜ਼ਿਆਦਾ ਵਧਵੀਆਂ ਖਾਸ਼ਾਂ ਪਾਲਦਾ ਹੈ। ਇਹ ਪੰਜਾਬ ਦੇ ਰਾਜਸੀ ਆਰਥਿਕ ਤੇ ਸਮਾਜੀ ਜੀਵਨ ਉੱਤੇ ਆਪਣੀ ਚੌਧਰ ਸਥਾਪਿਤ ਕਰਨਾ ਚਾਹੁੰਦਾ ਹੈ। ਇਸ ਨੂੰ ਹਿੰਦੂਆਂ ਤੇ ਸਿੱਖਾਂ ਵਿਚਕਾਰ ਵੰਡਵੀਂ ਸੱਤਾ ਦੀ ਸਾਂਝ ਪੂਰਨ ਜਮਹੂਰੀਅਤ ਨਾਲ ਰੱਜ ਨਹੀਂ ਆਉਂਦਾ। ਇਸ ਦੀ ਆਪਣੇ ਬਾਰੇ ਮਨ ਅੰਦਰ ਬਣੀ ਧਾਰਨਾ ਤੇ ਪ੍ਰਾਪਤੀ ਵਿਚਕਾਰ ਜਿਹੜਾ ਪਾੜਾ ਹੈ, ਉਸ ਦੀ ਬਦੌਲਤ ਇਹ ਸਿੱਖਾਂ ਦੇ ਰਾਜ ਕਰੇਗਾ ਖਾਲਸਾ ਦੇ ਮਨੋਰੋਗ ਚੱਕਰ ਦੀ ਕਾਮਯਾਬੀ ਨਾਲ ਵਰਤੋਂ ਕਰਨ ਵਿੱਚ ਸਫਲ ਹੋ ਨਿਬੜਿਆ ਹੈ। ਕਿਤਾਬ ਦੇ ਸਬੰਧ ਵਿੱਚ ਰੜਕਵੀਂ ਗੱਲ ਇਹ ਹੈ ਕਿ ਸਿੱਖ ਸੰਘਰਸ਼ ਬਾਰੇ ਜਿੰਨੇ ਵੀ ਲੇਖ ਸ਼ਾਮਲ ਕੀਤੇ ਗਏ ਹਨ ਉਹ ਲਗਭਗ ਸਾਰੇ ਹੀ ਖੱਬੇ ਪੱਖੀ ਵਿਦਵਾਨਾਂ ਤੇ ਰਾਜਨੀਤੀਵਾਨਾਂ ਅਰਥਾਤ ਸਿੱਖ ਸੰਘਰਸ਼ ਦੇ ਕੱਟੜ ਵਿਰੋਧੀਆਂ ਵੱਲੋਂ ਲਿਖੇ ਗਏ ਹਨ। ਲੜ ਰਹੀ ਧਿਰ ਦਾ ਦ੍ਰਿਸ਼ਟੀਕੋਣ ਕਿਤਾਬ ਵਿੱਚੋਂ ਸੁਚੇਤ ਰੂਪ ਵਿੱਚ ਗਾਇਬ ਕੀਤਾ ਗਿਆ ਹੈ। ਇਸ ਤੋਂ ਸੰਪਾਦਕਾਂ ਦੇ ਬੌਧਿਕ ਸਦਾਚਾਰ ਦਾ ਪਤਾ ਚੱਲਦਾ ਹੈ। ਸਿੱਖ ਸੰਘਰਸ਼ ਬਾਰੇ ਲਿਖੇ ਸਾਰੇ ਲੇਖਾਂ ਦੀ ਪ੍ਰਧਾਨ ਸੁਰ ਸਾਂਝੀ ਹੈ। ਸਾਰੇ ਲੇਖਾਂ ਅੰਦਰ ਅਕਾਲੀ ਦਲ ਵੱਲੋਂ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਦੀ ਕਰੜੀ ਆਲੋਚਨਾ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਉਠਾਏ ਮੁੱਦਿਆਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਭਾਰਤ ਅੰਦਰ ਸਿੱਖਾਂ ਨਾਲ ਅਨਿਆਂ ਤੇ ਵਿਤਕਰੇ ਦੀ ਜ਼ਾਹਰਾ ਹਕੀਕਤ ਨੂੰ ਮੰਨਣ ਤੋਂ ਕੋਰਾ ਇਨਕਾਰ ਕੀਤਾ ਗਿਆ ਹੈ। ਇਸ ਨੂੰ ਅਕਾਲੀ ਦਲ ਵੱਲੋਂ ਸੱਤਾ ਵਿੱਚ ਆਉਣ ਜਾਂ ਬਣੇ ਰਹਿਣ ਲਈ ਆਮ ਸਿੱਖ ਜਨਤਾ ਨੂੰ ਗੁੰਮਰਾਹ ਕਰਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਝੂਠਾ ਪ੍ਰਾਪੇਗੰਡਾ ਕਰਾਰ ਦਿੱਤਾ ਗਿਆ ਹੈ। ਹਰੀਸ਼ ਕੇ ਪੁਰੀ ਨੇ ਸਿੱਖਾਂ ਦੀਆਂ ਹੱਕੀ ਮੰਗਾਂ, ਮਸਲਿਆਂ ਤੇ ਗਿਲੇ ਸ਼ਿਕਵਿਆਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਕਰਦਿਆਂ ਲਿਖਿਆ, ਇੱਕ ਵਾਰ-ਵਾਰ ਪੜ੍ਹੀ ਜਾਂਦੀ ਮੁਹਾਰਨੀ ਜਿਹੜੀ ਰਾਜਸੀ ਅੰਦੋਲਨ ਦੇ ਸਮਿਆਂ ਦੌਰਾਨ ਵੱਧ ਉੱਚਾ ਸੁਰ ਧਾਰਨ ਕਰ ਲੈਂਦੀ ਹੈ, ਉਹ ਸਿੱਖਾਂ ਦੀ ਵਿਤਕਰੇ ਨੂੰ ਲੈ ਕੇ ਗਿਲੇ ਸ਼ਿਕਵਿਆਂ ਨਾਲ ਸੰਬੰਧਿਤ ਅੰਤਰਮੁਖੀ ਧਾਰਨਾ ਹੈ। ਇਸ ਤਰ੍ਹਾਂ ਮੁਗਲ ਰਾਜ ਦੌਰਾਨ ਅਤੀਤ ਦੇ ਜ਼ੁਲਮਾਂ ਦੀਆਂ ਯਾਦਾਂ ਜੀਵਤ ਰੱਖੀਆਂ ਜਾਂਦੀਆਂ ਹਨ ਅਤੇ ਸਿੱਖਾਂ ਨੂੰ ਖਿੰਡਾ ਕੇ ਜਜ਼ਬ ਕਰ ਲੈਣ ਲਈ ਬਜ਼ਿੱਦ ਦੋਖੀ ਬਹੁ ਗਿਣਤੀ ਵੱਲੋਂ ਘੇਰਾਬੰਦੀ ਕੀਤੇ ਜਾਣ ਦਾ ਡਰ ਪੈਦਾ ਕੀਤਾ ਜਾਂਦਾ ਹੈ। ਇਸ ਦੇ ਸਬੂਤ ਵਜੋਂ ਪੁਰੀ ਨੇ ਮਾਸਟਰ ਤਾਰਾ ਸਿੰਘ ਦੇ ਇੱਕ ਉਗੜਵੇਂ ਥੀਮ ਦਾ ਹਵਾਲਾ ਇਸ ਤਰ੍ਹਾਂ ਦਿੱਤਾ ਹੈ। ਮਾਸਟਰ ਤਾਰਾ ਸਿੰਘ ਵੱਲੋਂ ਇਹ ਕਿਹਾ ਜਾਂਦਾ ਰਿਹਾ ਕਿ ਅੰਗਰੇਜ਼ ਚਲੇ ਗਏ ਹਨ ਪਰ ਸਾਨੂੰ ਆਜ਼ਾਦੀ ਨਸੀਬ ਨਹੀਂ ਹੋਈ। ਸਾਡੇ ਲਈ ਇਹ ਅਖੌਤੀ ਆਜ਼ਾਦੀ ਮਾਲਕਾਂ ਦੀ ਤਬਦੀਲੀ ਹੀ ਹੈ। ਚਿੱਟਿਆਂ ਦੀ ਜਗ੍ਹਾ ਕਾਲੇ ਆ ਗਏ ਹਨ। ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਬੁਰਕੇ ਹੇਠ ਸਾਡੇ ਪੰਥ, ਸਾਡੀ ਆਜ਼ਾਦੀ ਤੇ ਸਾਡੇ ਧਰਮ ਨੂੰ ਕੁਚਲਿਆ ਜਾ ਰਿਹਾ ਹੈ। ਉਸਨੇ ਅਤਿਅੰਤ ਦੁਖੀ ਲਹਿਜੇ ਵਿੱਚ ਕਿਹਾ ਕਿ ਸੰਤ ਫਤਿਹ ਸਿੰਘ, ਜਿਸ ਦਾ ਉਦਾਰ ਦਿਲੀ ਤੇ ਸਮਝਦਾਰੀ ਕਰਕੇ ਸਤਿਕਾਰ ਕੀਤਾ ਜਾਂਦਾ ਸੀ, ਨੇ ਵੀ ਪੰਜਾਬੀ ਸੂਬੇ ਦੇ ਮਸਲੇ ਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨਾਲ ਗੱਲਬਾਤ ਦੌਰਾਨ ਇਹ ਸ਼ਿਕਾਇਤ ਕੀਤੀ ਸੀ ਕਿ ਭਾਰਤ ਵਿੱਚ ਜਿਹੜੀ ਆਜ਼ਾਦੀ ਆਈ ਹੈ ਉਹ ਸਿੱਖਾਂ ਲਈ ਗੁਲਾਮੀ ਦੀਆਂ ਬੇੜੀਆਂ ਸਾਬਤ ਹੋਈਆਂ ਹਨ। ਇਸ ਤਰ੍ਹਾਂ ਹਰੀਸ਼ ਕੇ ਪੁਰੀ ਨੇ ਸਾਰੇ ਲੇਖ ਅੰਦਰ ਇਹ ਗੱਲ ਜਚਾਉਣ ਤੇ ਪੂਰਾ ਜ਼ੋਰ ਲਾ ਦਿੱਤਾ ਕਿ ਭਾਰਤ ਅੰਦਰ ਸਿੱਖਾਂ ਨਾਲ ਕੋਈ ਬੇਇਨਸਾਫੀ ਤੇ ਵਿਤਕਰਾ ਨਹੀਂ ਹੋ ਰਿਹਾ। ਅਕਾਲੀ ਆਗੂਆਂ ਵੱਲੋਂ ਇਹ ਸਾਰਾ ਵਾਵੇਲਾ ਆਪਣੇ ਯੁੱਧ ਨੀਤਕ ਉਦੇਸ਼ ਹਾਸਲ ਕਰਨ ਲਈ ਪਾਇਆ ਜਾ ਰਿਹਾ ਹੈ। ਸਿੱਖ ਸੰਘਰਸ਼ ਬਾਰੇ ਅਜਿਹੀ ਨਕਾਰਾਤਮਕ ਸਮਝ ਤੇ ਪਹੁੰਚ ਸਿੱਖ ਵਿਰੋਧੀ ਤਵੱਸਬਾਂ ਦੀ ਪੈਦਾਵਾਰ ਹੀ ਹੋ ਸਕਦੀ ਹੈ। ਇਸ ਦਾ ਵਿਵੇਕ ਬੁੱਧੀ ਨਾਲ ਕੋਈ ਸਬੰਧ ਨਹੀਂ। ਇਸ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਬਾਅਦ ਵਿੱਚ ਜਾ ਕੇ ਇਸੇ ਹੀ ਵਿਦਵਾਨ ਲੇਖਕ ਨੇ ਆਪਣੇ ਦੋ ਹੋਰ ਹਮਖਿਆਲ ਵਿਦਵਾਨਾਂ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਤੇ ਪਰਮਜੀਤ ਸਿੰਘ ਜੱਜ ਨਾਲ ਰਲ ਕੇ ਜ਼ਮੀਨੀ ਪੱਧਰ ਤੇ ਸਰਵੇਖਣ ਤੇ ਆਧਾਰਿਤ ਇੱਕ ਕਿਤਾਬ ਲਿਖੀ ਸੀ, ਜਿਸ ਵਿੱਚ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਬੌਧਿਕ ਅਨੈਤਿਕਤਾ ਦਾ ਕੋਝਾ ਪ੍ਰਦਰਸ਼ਨ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਸਮਾਜ ਸ਼ਾਸਤਰੀਆਂ ਪ੍ਰੋਫੈਸਰ ਭੁਪਿੰਦਰ ਸਿੰਘ ਤੇ ਪ੍ਰੋਫੈਸਰ ਬਰਿੰਦਰਪਾਲ ਸਿੰਘ ਨੇ ਵੱਖੋ ਵੱਖਰੇ ਤੌਰ ਤੇ ਇਸ ਕਿਤਾਬ ਦਾ ਨਿਗਰ ਸਿਧਾਂਤਕ ਦਲੀਲਾਂ ਨਾਲ ਥੋਥ ਉਜਾਗਰ ਕੀਤਾ ਸੀ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 59 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।